दर्शत ऊच रो नीच। अगले दिन श्री सतगुरु सतगुਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੋ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਹੈ ਉਹਨੂੰ ਬੜੇ ਪ੍ਰੇਮ ਦੇ ਨਾਲ ਸੁਣਦੇ ਆ ਰਹੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਬਹੁਤ ਵੱਡੀ ਸੇਵਾ ਕੀਤੀ ਹੈ। ਆਪ ਜੀ ਨੇ ਸੇਵਾ ਕਰਨ ਦੀ ਮਰਿਆਦਾ ਵੀ ਬਾਣੀ ਵਿੱਚ ਆਪਣੀ ਬਾਣੀ ਵਿੱਚ ਸਮਝਾਈ ਹੈ। ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਭੀ ਸੇਵ ਕਰੇ। ਜਿਵੇਂ ਹਾਥੀ ਆਪਣਾ ਸਿਰ ਕੁੰਡੇ ਥੱਲੇ ਦੇ ਦਿੰਦਾ ਹੈ, ਐਰਣ ਜਿਹੜੀ ਹੈ ਉਹ ਆਪਣਾ ਸਿਰ ਹਥੌੜੇ ਥੱਲੇ ਦਿੰਦੀ ਹੈ, ਇੱਦਾਂ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਦੇ ਬਚਨਾਂ ਰੂਪੀ ਸੱਟਾਂ ਨੂੰ ਸਹਾਰਨਾ ਕਰੇ। ਇਸ ਤਰ੍ਹਾਂ ਸੇਵਾ ਕਮਾਉਣੀ ਕਰੇ ਤਾਂ ਸਤਿਗੁਰੂ ਜੀ ਦੀ ਸੇਵਾ ਬਹੁਤ ਮਹਾਨ ਸੇਵਾ ਹੈ, ਜਿਹੜੀ ਬਜ਼ੁਰਗ ਅਵਸਥਾ ਵਿੱਚ ਜਾ ਕੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੀਤੀ ਹੈ। ਆਪ ਜੀ ਬਾਣੀ ਵਿੱਚ ਵੀ ਇੱਕ ਜਗ੍ਹਾ ਫਰਮਾਉਂਦੇ, ਜਿਉ ਤਨ ਕੋਲੂ ਪੀੜੀਐ ਰਤ ਨਾ ਭੋਰੀ ਡੇ, ਜੀਉ ਵੰਜੇ ਚੌਖੰਨੀਐ ਸੱਚੇ ਸੰਦੜੇ ਨੇ, ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇ। ਕਹਿੰਦੇ ਜੇ ਸਾਡਾ ਸਰੀਰ ਕੋਲੂ ਦੇ ਵਿੱਚ ਵੀ ਪੀੜ ਦਿੱਤਾ ਜਾਵੇ ਤਾਂ ਐਸੀ ਸੇਵਾ ਕਰਨੀ ਚਾਹੀਦੀ ਆ। ਸੇਵਾ ਕਰ ਕਰਕੇ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਲਾ ਦੇਣੀ ਚਾਹੀਦੀ ਹੈ ਕਿ ਸਰੀਰ ਦੇ ਵਿੱਚੋਂ ਭੋਰਾ ਜਿੰਨੀ ਰਤ ਨਾ ਨਿਕਲੇ, ਇੰਨੀ ਸੇਵਾ ਕਰਨੀ ਚਾਹੀਦੀ ਹੈ ਮਹਾਰਾਜ ਦੀ। ਐਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਦਾ ਸਾਧ ਸੰਗਤ ਜੀ ਇੱਕ ਨਮੂਨਾ ਸੰਸਾਰ ਦੇ ਵਿੱਚ ਉਦਾਹਰਣ ਪੇਸ਼ ਕੀਤੀ ਹੈ। ਜਿਵੇਂ ਕਬੀਰ ਸਾਹਿਬ ਕਹਿੰਦੇ ਨਾ ਬਾਣੀ ਵਿੱਚ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪਿਸਾਏ, ਤੈਸੈ ਬਾਤ ਨਾ ਪੁੱਛੀਆ ਕਬੂ ਨਾ ਲਾਈ ਪਾਏ। ਕਬੀਰ ਸਾਹਿਬ ਕਹਿੰਦੇ ਆਪਣੇ ਆਪ ਨੂੰ ਮਹਿੰਦੀ ਬਣਾ ਕੇ ਜਿਵੇਂ ਮਹਿੰਦੀ ਵਾਂਗ ਪੀ ਪੀ ਕੇ ਘਾਲ ਕਮਾਈ ਹੈ। ਤੇ ਜੇ ਪਰਮੇਸ਼ਰ ਪਤੀ ਸਾਡੀ ਬਾਤ ਨਾ ਪੁੱਛੇ, ਆਪਣੇ ਪੈਰੀਂ ਲਾਵੇ ਹੀ ਨਾ, ਤੇ ਫਿਰ ਸਾਡੀ ਸੇਵਾ ਜਿਹੜੀ ਹੈ ਉਹ ਨਿਸਫਲ ਹੈ। ਤਾਂ ਕਿਉਂ ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪਤਾ ਕੀ ਕਹਿੰਦੇ, ਕਹਿੰਦੇ ਕਬੀਰ ਸਾਹਿਬ ਮੈਂ ਵੀ ਮਹਿੰਦੀ ਵਾਂਗ ਹੀ ਆਪਣੇ ਆਪ ਨੂੰ ਪੀਸਿਆ, ਸਿਰ ਉੱਤੇ ਗਾਗਰ ਚੁੱਕ ਕੇ ਲਿਆਉਣੀ। ਬਜ਼ੁਰਗ ਅਵਸਥਾ ਵਿੱਚ ਜੇ ਸਿਰ ਤੇ ਗਾਗਰ ਚੁੱਕੋਗੇ ਤੇ ਮੈਨੂੰ ਇਹ ਦੱਸੋ ਵੀ ਜ਼ਖਮ ਨਾ ਹੋਊਗਾ ਸਿਰ ਦੇ ਵਿੱਚ? ਕਿੱਥੋਂ ਪਾਣੀ ਭਰ ਕੇ ਲਿਆਉਣਾ ਬਿਆਸ ਦਰਿਆ ਦੇ ਵਿੱਚੋਂ? ਤਾਂ ਅੱਗੋਂ ਮਹਾਰਾਜ ਨੇ ਜਵਾਬ ਦਿੱਤਾ, ਨਾਨਕ ਮਹਿੰਦੀ ਕਰਕੇ ਕੇ ਭਾਗ। ਪਰ ਐਸੀ ਅਵਸਥਾ ਬਣਨ ਦੇ ਬਾਵਜੂਦ ਵੀ ਉਹ ਪਰਮੇਸ਼ਰ ਅਜੇ ਪ੍ਰਾਪਤ ਨਹੀਂ ਹੋਇਆ ਹੈ। ਇੱਥੋਂ ਪਤਾ ਲੱਗਦਾ ਹੈ ਕਿ ਭਾਗ ਸਾਥ ਨਹੀਂ ਦਿੰਦੇ ਪਏ ਹਨ, ਕਿਸਮਤ ਸਾਥ ਨਹੀਂ ਦਿੰਦੀ ਪਈ ਹੈ। ਫਿਰ ਕੀ ਕਹਿੰਦੇ, ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ ਫਿਰ ਦੇਖਣ ਕੀ ਆਸ। ਜਿਹੜੇ ਕਾਂ ਨੇ ਉਹਨਾਂ ਪਿੰਜਰਾ ਹੀ ਸਾਰਾ ਫੋਲ ਮਾਰਿਆ ਹੈ। ਤੇ ਫਰੀਦ ਸਾਹਿਬ ਕਹਿੰਦੇ ਰੱਬ ਕਰਕੇ ਇਹ ਅੱਖਾਂ ਨੂੰ ਨਾ ਛੋਹ, ਕਿਉਂ ਅਜੇ ਵੀ ਆਸ ਹੈ ਕਿ ਵਾਹਿਗੁਰੂ ਦੇ ਦਰਸ਼ਨ ਕਰਾਂਗੇ। ਤਾਂ ਮਹਾਰਾਜ ਜੀ ਕਹਿੰਦੇ, ਕਾਗਾ ਚੂੰਦ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰੈ ਮੇਰਾ ਸੌ ਵਸੈ ਮਾਸ ਨਾ ਤਿੱਦੂ ਖਾਹੇ। ਤਾਂ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ ਵੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਸੇਵਾ ਕਰਨੀ ਬੜੀ ਔਖੀ ਹੈ। ਸਾਧ ਬਣਨਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬੜਾ ਔਖਾ ਹੈ। ਉਹਨਾਂ ਉਦਾਹਰਣ ਦਿੱਤੀ ਹੈ, ਜੈਸੇ ਤਿਲ ਪੀੜ ਤੇਲ ਕਾਢੀਐਤ ਕਸ਼ਟ ਕਹਿ, ਤਾਂ ਤੇ ਹੋਏ ਦੀਪਕ ਜਰਾਇਓ ਜੀ ਆਰੋ ਜੀ। ਜਿਵੇਂ ਬੜੇ ਯਤਨ ਦੇ ਨਾਲ ਤਿਲਾਂ ਨੂੰ ਪੀੜ ਕੇ ਤੇਲ ਕੱਢੀਦਾ ਹੈ, ਤਿਲਾਂ ਨੇ ਆਪਣਾ ਆਪ ਵਾਰ ਦਿੱਤਾ ਤੇ ਫੇਰ ਕਿਤੇ ਤੇਲ ਨਿਕਲਿਆ ਤੇ ਫੇਰ ਕਿਤੇ ਦੀਵੇ ਜਗੇ ਤੇ ਜਗਤ ਵਿੱਚ ਰੌਸ਼ਨੀ ਹੋਈ।
जैसे रोम रोम कर काटिए अजा को तन ताकि तात बाजे राग रागनी सो प्यारो जी। जिवें टोटे टोटे करके बकरी का शरीर कट दिता गया, ओदियां आंदरां कढ़ के फिर ओदी तंदी बनाई, वो हुण राग रागणियां दे नाल वज के रब दा नां लैंदी है, उस्तत गाउंदी है। जैसे तो उटाए दर्पण कीजै लोस्ट सेती ताते कर गह मुख देखत संसारो जी। जिवें मिट्टी रेतां नूं पहिलां पिघलना पिया, अग ते चढ़ना पिया, फिर उतों की बने पिघल के शीशा बन गए ते अज लोकां नूं मूँह विखाउंदे ने, दसदे आ भी इत्थे तूं गलत आ, पहिलां नहीं तूं दस सकदा भी गलत आ। इन्नी घालना काती तां तैसे दुख भूख सुध साधना के साध पए। हुण भाई गुरदास भी गलत आ, तैसे दुख भूख सुख साधना के साध पए। दुख भी सहारिया ते भुख भी सहारी आ, दुख भी सहारिया भुख भी सहारी, ते कदी अपना आप जनाया नहीं भी मैं बड़ा दुखी, जे जनाता तो फिर सेवा थाई नहीं पई, परवान नहीं चढ़ी भी जे दुखियां दे घरे जा इत्थे करदा फिर तो ऐसी साध संगत जी दुख भुख सुख साधना के साध पए, तैसे दुख भोग सुध साधना के साध पए, ताही ते जगत को करत निस्तारो जी। इस करके हुण वो दुनिया नूं फिर तारदे पए हन जिन्हां ने इन्नी कमाई कीती है। ऐसे गुरु अमरदास साहब सच्चे पातशाह जिहड़े गागर चुक के लियाउंदे सी, इस करके सिर दे विच जख्म होण करके वो भी उन्हां नूं सहारना पिया, और जिहड़ी दस्तार अपना सरोपा मिलदा सी वो साध संगत जी सीस उत्ते सजा लैंदे सन, उन्हां नूं ही सिर ते सजा के रखिया। हुण कई लोग कह दिंदे लै महाराज कंघा नहीं करते रहे होणगे, महाराज केसी इशनान नहीं करते रहे होणगे। इहदा मतलब ये नहीं है भी महाराज इशनान नहीं सी करते, इहदा मतलब ये आ भी महाराज ने वो दस्तार उहो ही रखी सी, कोई नवीं नहीं सी बन ली लिया के, पर गागर की सेवा करन करके उन्हां दे जख्म सी। इस करके साध संगत जी ऐसी घाल कमाई जिहड़ी महाराज ने कीती, एवें थोड़ा बाणी लिखिया पए कबूल खसम नाल जां घाल मरदी घाली। धन गुरु अंगद देव साहब की वैसे उस्तत है, पर गल तां ठीक है, जिस मर्द ने इन्नी सेवा की है साध संगत जी उहो ही कबूल होया खसम दे नाल। क्यों एक हुंदा वा जिहड़े कथा सुणन आउंदे ना, ये कथा नूं तीन तरह समझो, एक हुंदा संदेश, एक हुंदा उपदेश ते एक हुंदा आदेश। संदेश मैंने जिवें कोई सवेरे सैर करन गया ते रेल गड्डी दा वो स्टेशन सी, रेलवे स्टेशन, ते उत्थे वो कह रहा सी भी आओ बोलते पे सी ना जिद्दां भी आह गड्डी सहारनपुर इन्ने वजे जांदी, आह गड्डी हजूर साहब जांदी आ गड्डी इधर यूपी किते जांदी आ, जाना जूना किते नहीं, बस सुनना ही आ। सैर करदा कन्या च पिया। कई लोग संगत च इदां दे हुंदे, उन्हां करना कुरना कख नहीं हुंदा, बस उन्हां दे कन्नां दा स्वाद ही हुंदा, जाना उन्हां किते नहीं है। दूसरे कथा सुणन वाले हुंदे हुंदे उपदेश, उपदेश नूं सुणन वाले नूं सिख आखिया जांदा है, जिहड़ा शंका भी कर सकदा वा, प्रश्न भी कर सकदा मैनूं ये गल समझ नहीं आई है, दोबारा दसी जावे। ते तीसरी साध संगत जी कथा हुंदी आदेश, जदों साध संगत जी जो महाराज कहण उन्होंने सत वजन करके मन लैना। वो तीसरी ते पहुँचण वास्ते बड़ी साधना करनी पैंदी, जो क्या उन्होंने मन लिया तो वो साधना बड़ी भारी है। हुण तुसीं आपां सारे कहने भी कथा सुननी, अज कथा सुननी है ना, सुनदा भी बड़ा मतलब हुंदा। मान लो किसी ने आख्या वो रामू पानी लैके आओ, किसी ने कहा उदाहरण समझो, वो उत्थे ही खड़ा रहा, उन्हें फिर आख्या वो पानी लैके आ, वो फिर खड़ा रहा, उन्हें तीजी बारी आख्या बोला होया होए पानी लैके आ। ते सुनदा मतलब की, सुनदा मतलब भी वो पानी लैके आवे तां ते आ वो सुनदा, ते जे पानी नहीं लैके आउंदा फिर वो नहीं सुनदा। हुण तुसीं सुनदे रोज़ अमृत छको, जे ते छकदे तुसीं सुनदे, नहीं ते कथा नहीं तुसीं सुनदे, सीधी पंजाबी च गल है। इस करके नहीं सुनते, सुनदा मतलब कि करो, ते जे नहीं करते तो तुसीं नहीं सुनते, उदां आण के बहिने आ इत्थे। इस करके सुनते भी कई मतलब होंदे हैं।
ਤਾਂ ਧੰਨ ਗੁਰੂ ਅਮਰਦਾਸ ਸਾਹਿਬ ਐਸੇ ਸਨ ਜਿਨ੍ਹਾਂ ਨੇ ਸੁਣਨ ਨੂੰ ਆਦੇਸ਼ ਮੰਨਿਆ ਸੀ। ਜੋ ਉਹ ਸੁਣਦੇ ਸੀ ਉਹਦੀ ਕਮਾਈ ਕਰਦੇ ਸਨ। ਇਸ ਕਰਕੇ ਬਹੁਤ ਵੱਡੀ ਕਮਾਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ। ਤੇ ਗੁਰੂ ਅੰਗਦ ਦੇਵ ਸਾਹਿਬ ਪ੍ਰਸੰਨ ਹੋਏ ਤਾਂ ਮਹਾਰਾਜ ਨੇ ਪੁੱਛਿਆ, ਭਾਈ ਪੁਰਖਾ ਤੇਰੇ ਘਰ ਦੇ ਵਿੱਚ ਬੱਚੇ ਕਿੰਨੇ ਆ, ਤੇਰੇ ਲੜਕੀ ਪੁੱਤਰ ਕਿੰਨੇ ਹਨ? ਹੱਥ ਜੋੜ ਕੇ ਬੇਨਤੀ ਕੀਤੀ। ਗਰੀਬ ਨਵਾਜ 2 ਪੁੱਤਰ ਹਨ, 2 ਲੜਕੀਆਂ ਹਨ। ਵੱਡੇ ਦਾ ਨਾਂ ਹੈ ਮੋਹਨ ਜੀ, ਛੋਟੇ ਦਾ ਨਾਂ ਹੈ ਬਾਬਾ ਮੋਹਰੀ ਜੀ, ਇੱਕ ਬੀਬੀ ਦਾਨੀ ਤੇ ਇੱਕ ਬੀਬੀ ਭਾਨੀ। ਤਾਂ ਮਹਾਰਾਜ ਕਹਿਣ ਲੱਗੇ ਵੀ ਫਿਰ ਤੂੰ ਹੁਣ ਖਡੂਰ ਸਾਹਿਬ ਛੱਡ ਕੇ ਚਲਿਆ ਜਾ, ਹੋਰ ਕਿਤੇ ਜਾ ਕੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਗੁਰਮਤਿ ਦਾ ਪ੍ਰਚਾਰ ਕਰੋ। ਤਾਂ ਮਹਾਰਾਜ ਦਾ ਵਿਛੜ ਨੂੰ ਜੀ ਨਹੀਂ ਸੀ ਕਰਦਾ, ਕਿਉਂ ਪ੍ਰੇਮੀ ਸਨ। ਤਾਂ ਮਹਾਰਾਜ ਕਹਿਣ ਲੱਗੇ, ਭਾਈ ਇਸ ਤਰ੍ਹਾਂ ਹੈ ਵੀ ਬਾਅਦ ਦੇ ਵਿੱਚ ਈਰਖਾ ਕਰਨ ਲੱਗ ਪੈਂਦੇ ਹੁੰਦੇ ਹਨ। ਅਸੀਂ ਵੀ ਤੇ ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਹੀ ਆ ਗਏ, ਤੇ ਤੁਹਾਡੇ ਨਾਲ ਬਾਬਾ ਦਾਤੂ ਜੀ, ਦਾਸੂ ਜੀ ਉਹ ਈਰਖਾ ਕਰਨਗੇ ਤੈਨੂੰ ਦੇਖ ਕੇ। ਇਸ ਕਰਕੇ ਤੁਸੀਂ ਛੱਡ ਕੇ ਹੋਰ ਕਿਤੇ ਜਾਓ। ਹੁਣ ਜਿਵੇਂ ਸਾਰ ਕਿਤਾਬ ਲਈ ਲਿਖਿਆ, ਸਿੱਖੀ ਸੋਭੇ ਪਰੇ ਹੋਮ, ਵੱਡੇ ਮਹਾਂਪੁਰਖ ਇਹਦਾ ਅਰਥ ਬੜਾ ਸੋਹਣਾ ਕਰਦੇ ਹੁੰਦੇ ਸੀ। ਕਹਿੰਦੇ ਸਿੱਖੀ ਸੇਵਕੀ ਘਰ ਤੋਂ ਪਰੇ ਹੀ ਸੋਭਦੀ ਹੈ, ਪਾਸੇ ਹੀ ਸੋਭਦੀ ਹੈ। ਵੈਸੇ ਇਹਦਾ ਅਰਥ ਹੁੰਦਾ ਹੈ, ਮਹਾਂਪੁਰਖਾਂ ਦੀ ਦ੍ਰਿਸ਼ਟੀ ਬੜੀ ਉੱਚੀ ਸੀ, ਸੌਖਾ ਜਿਹਾ ਅਰਥ ਹੁੰਦਾ ਅੱਗ ਸੋਭਦੀ ਆ ਜੇ ਵਿੱਚ ਘਿਓ ਪਵੇ। ਤਾਂ ਸੰਤ ਕਹਿੰਦੇ ਸੀ ਇਹ ਤੇ ਚੱਲ ਹਰੇਕ ਨੇ ਕਰ ਲੈਣਾ, ਕਹਿੰਦੇ ਸਿੱਖੀ ਤਾਂ ਸੋਭਦੀ ਜੇ ਪਰੇ ਹੋ ਜਾ, ਨਹੀਂ ਤੇ ਪਿੰਡ ਵਾਲਿਆਂ ਨੇ ਊਂ ਹੀ ਕਹੀ ਜਾਣਾ ਵੀ ਕੱਲ ਸਾਡੇ ਨਾਲ ਰਹਿੰਦਾ ਸੀ ਅੱਜ ਸਾਧ ਬਣਿਆ ਫਿਰਦਾ, ਕੱਲ ਆਹ ਕੰਮ ਕਰਦਾ ਸੀ ਅੱਜ ਮੱਥੇ ਟਿਕਾਉਂਦਾ ਫਿਰਦਾ। ਤਾਂ ਇਸ ਕਰਕੇ ਸੰਸਾਰ ਦਾ ਇਹ ਸੁਭਾਅ ਹੈ ਸਾਧ ਸੰਗਤ। ਤਾਂ ਸਤਿਗੁਰੂ ਜੀ ਵਿਛੜਨਾ ਨਹੀਂ ਚਾਹੁੰਦੇ ਹਨ, ਤਾਂ ਫਿਰ ਇੱਕ ਬਿਧ ਬਣ ਗਈ। ਉਹ ਬਿਧ ਕਿਵੇਂ ਬਣੀ ਕਿ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਇੱਕ ਸਿੱਖ ਆਣ ਕੇ ਬੇਨਤੀ ਕਰਦਾ ਹੈ, ਜਿਹਦਾ ਨਾਂ ਹੈ ਗੋਂਦਾ। ਉਹ ਆਣ ਕੇ ਬੇਨਤੀ ਕਰਦਾ, ਮਹਾਰਾਜ ਬਿਆਸ ਦੇ ਕੰਢੇ ਤੇ ਮੇਰੀ ਜਗ੍ਹਾ ਹੈ, ਜ਼ਮੀਨ ਹੈ ਬਹੁਤ ਜ਼ਿਆਦੀ, ਮੈਂ ਉੱਥੇ ਨਗਰ ਵਸਾਉਣਾ ਚਾਹੁੰਦਾ ਹਾਂ, ਨਗਰ ਵਸਦਾ ਨਹੀਂ ਹੈ। ਤਾਂ ਇੱਦਾਂ ਮਹਾਰਾਜ ਨੇ ਬਿਧ ਬਣਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਖਡੂਰ ਸਾਹਿਬ ਤੋਂ ਭੇਜ ਦਿੱਤਾ ਸੀ। ਸੋ ਆਓ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਇੱਕ ਵਾਰੀ ਰਸਨਾ ਕਰੀਏ, ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਦੋਹਰਾ। ਅਗਲੇ ਦਿਨ ਸ਼੍ਰੀ ਸਤਿਗੁਰੂ ਬੈਠੇ ਸੰਗਤ ਬੀਚ। ਅਗਲੇ ਦਿਨ ਸਤਿਗੁਰੂ ਜੀ ਸੰਗਤ ਵਿੱਚ ਬੈਠੇ ਸਨ। ਅਰਥ ਕਰਤਾਰਥ ਸੇਵਕਨ ਦਰਸ਼ਨ ਊਚਰੋ ਨੀਚ। ਭਾਵੇਂ ਗਰੀਬ ਆਵੇ ਅਮੀਰ ਆਵੇ, ਸਭ ਲਈ ਦਰਵਾਜ਼ੇ ਖੁੱਲੇ ਸਨ। ਜਿਹੜਾ ਵੀ ਦਰਸ਼ਨ ਕਰਦਾ ਸੀ ਨਿਹਾਲ ਹੋ ਜਾਂਦਾ ਸੀ। ਚੌਪਈ ਇੱਕ ਗੋਂਦਾ ਖੱਤਰੀ ਤਹ ਆਇਓ। ਇੱਕ ਗੋਂਦਾ ਸੀ, ਖੱਤਰੀਆਂ ਦੀ ਜਾਤ ਸੀ, ਉਹ ਆਇਆ ਮਹਾਰਾਜ ਕੋਲੇ। ਦਰਸ਼ਨ ਦੇਖਤ ਸੀਸ ਨਿਵਾਇਓ। ਦਰਸ਼ਨ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਬੈਠ ਗਿਆ। ਹੱਥ ਜੋੜ ਕਰ ਬਿਨਾ ਬਖਾਨੀ। ਹੱਥ ਜੋੜ ਕੇ ਅਰਦਾਸ ਕਰਦਾ ਹੈ, ਗੁਰ ਤੁਮਰੀ ਸਿਫਤ ਮਹਾਨੀ। ਸਤਿਗੁਰੂ ਜੀ ਤੁਹਾਡੀ ਮੈਂ ਸਿਫਤ ਸੁਣੀ ਹੈ, ਤੁਸੀਂ ਮਹਾਨ ਹੋ। ਸੁਣਤ ਰਹਿਓ ਬਹੁ ਲੋਕ ਪਨੰਤੇ। ਬੜੇ ਲੋਕ ਤੁਹਾਡੀ ਉਸਤਤ ਕਰਦੇ ਹਨ। ਸਰਾਹਨ ਜੇ ਮਤਵੰਤੇ। ਤੇ ਜਿਹੜੇ ਸਿਆਣੇ ਮਤਵਾਨ ਵਿਦਵਾਨ ਹਨ ਉਹ ਵੀ ਸਲਾਹ ਸਿਫਤ ਕਰਦੇ ਨੇ ਕਿ ਇਸ ਟਾਈਮ ਗੁਰੂ ਅੰਗਦ ਦੇਵ ਸਾਹਿਬ ਤੋਂ ਉੱਤੇ ਕੋਈ ਨਹੀਂ ਹੈ। ਗੁਪਤ ਪ੍ਰਗਟ ਜਗ ਜੀਵ ਵਿਸਾਲੈ। ਭਾਵੇਂ 2 ਤਰ੍ਹਾਂ ਦੀ ਸ੍ਰਿਸ਼ਟੀ ਹੁੰਦੀ ਆ, ਇੱਕ ਤੇ ਅੱਖਾਂ ਨਾਲ ਦਿਖਦੀ ਆ, ਇੱਕ ਨਹੀਂ ਦਿਖਦੀ ਹੈ। ਤਾਂ ਜਿਹੜੀ ਗੁਪਤ ਤੇ ਪ੍ਰਗਟ ਜਿੰਨੇ ਵੀ ਜੀਵ ਹਨ ਸਾਰੇ ਦੇ ਸਾਰੇ ਸਭ ਸਤਿਗੁਰ ਕੀ ਆਇਸ ਚਾਲੈ। ਸਾਰੇ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਚੱਲਦੇ ਹਨ। ਗ੍ਰਾਮ ਉਜਾਰ ਭਰਿਓ ਹੈ। ਇਹ ਗਰੀਬ ਨਵਾਜ ਮੇਰਾ ਜਿਹੜਾ ਗ੍ਰਾਮ ਹੈ ਉਹ ਉਜੜਿਆ ਪਿਆ ਹੈ। ਸਭ ਭੂਤ ਨੇ ਬਾਸ ਕਰਿਓ ਹੈ। ਉੱਥੇ ਭੂਤਨਿਆਂ ਦਾ ਨਿਵਾਸ ਹੈ। ਤੇ ਹੁਣ ਇਹੋ ਜੀ ਜਦੋਂ ਕੋਈ ਕਥਾ ਸੁਣ ਲੈਂਦਾ ਆਮ ਬੰਦਾ, ਉਹ ਕਹਿੰਦਾ ਲੈ ਭੂਤ ਥੋੜੀ ਹੁੰਦੇ ਆ। ਤੇ ਜੇ ਅੱਧੀ ਰਾਤ ਨੂੰ ਕਹੀਏ ਨਾ ਆਪਣਾ ਹੀ ਰਾਹ ਵੇਖ ਲਓ ਜਿਹੋ ਜਿਹਾ ਹੈਗਾ ਹਨਾ, ਤੇ ਜੇ ਅੱਧੀ ਰਾਤ ਨੂੰ ਕਹੀਏ ਵੀ ਜਾ ਉੱਥੋਂ ਕੋਈ ਸਮਾਨ ਪੜ ਕੇ ਲਿਆ ਦੇ, ਡਰਦਾ ਜਾਂਦਾ ਵੀ ਨਹੀਂ ਆ। ਤੇ ਉਹ ਸਵੇਰੇ ਵੱਡਾ ਨਾਸਤਕ ਬਣ ਜਾਂਦਾ, ਕੋਈ ਭੂਤ ਭਾਤ ਨਹੀਂ ਹੁੰਦਾ ਹੈ। ਤਾਂ ਸਾਧ ਸੰਗਤ ਜੀ ਜੇ ਬਾਣੀ ਦੀ ਗੱਲ ਸੁਣੀਏ ਤੇ ਮਹਾਰਾਜ ਕਹਿੰਦੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ
ਕਿੰਨਰ ਪਿਸਾਚ, ਜੱਖ ਹੋਰ ਹੁੰਦੇ ਆ, ਕਿੰਨਰ ਹੋਰ ਹੁੰਦੇ ਆ, ਪਿਸਾਚ ਹੋਰ ਹੁੰਦੇ ਆ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੇ ਸਭਹੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਗਸ਼ ਕਹਿੰਦੇ ਨੇ ਇੱਕ ਕਿਸਮ ਦੀਆਂ ਉੱਚੀਆਂ ਰੂਹਾਂ ਜਿਨ੍ਹਾਂ ਦੇ ਅਧੀਨ ਪੈਸਾ ਬੜਾ ਹੁੰਦਾ ਹੈ। ਤਾਂ ਕਿੰਨਰ ਕਹਿੰਦੇ ਹਨ ਸਾਧ ਸੰਗਤ ਜੀ, ਇਹ ਵੀ ਇੱਕ ਕਿਸਮ ਆ ਉੱਚੀਆਂ ਰੂਹਾਂ ਦੀ ਜਿਨ੍ਹਾਂ ਦਾ ਧੜ ਬੰਦੇ ਦਾ ਤੇ ਸਿਰ ਘੋੜੇ ਦਾ। ਹੁਣ ਇਹ ਕਹੋਗੇ ਵੀ ਬਾਣੀ 'ਚ ਲਿਖਿਆ ਤੇ ਗਲਤ ਲਿਖਿਆ, ਇਦਾਂ ਦਾ ਵੇਖਿਆ ਕਦੀ? ਆ ਲੋਕਾਂ ਦਾ ਤੇ ਊਂ ਹੀ ਸਰ ਗਿਆ। ਇਹ ਹਾਲੀਵੁੱਡ ਬਾਲੀਵੁੱਡ ਦੀਆਂ ਫਿਲਮਾਂ ਵੇਖ ਕੇ ਤੇ ਸੱਚ ਮੰਨਦੇ ਆ, ਵੇ ਰੱਬ ਦੀ ਬਾਣੀ ਨੂੰ ਸੱਚ ਨਹੀਂ ਮੰਨਦੇ ਹਨ। ਉਹਨੂੰ ਬੜੇ ਟੌਰ ਨਾਲ ਵੇਖੀ ਜਾਣਗੇ, ਬਾਹੂਬਲੀ ਆ ਜੀ, ਐਡਾ ਝੂਠ ਮਾਰਿਆ ਹੁੰਦਾ ਉਹਦੇ 'ਚ। ਚਲੋ ਮੈਂ ਤਾਂ ਨਹੀਂ ਵੇਂਦਾ, ਪਰ ਮੈਨੂੰ ਦੱਸ ਉਹ ਕਲਿੱਪ ਕਈ ਵਾਰੀ ਆ ਜਾਂਦੇ ਨਾ ਕੱਟੇ ਕਟਾਏ, ਉਹ ਇੱਕ ਬੰਦਾ ਹੀ ਪਤਾ ਨਹੀਂ ਕੀ ਕੋ ਕਰੀ ਜਾਂਦਾ ਹੈ। ਤਾਂ ਹੁਣ ਇਹਨੂੰ ਤੁਸੀਂ ਮੰਨੋਗੇ ਕਈ ਕੋਟ ਜੱਖ ਕਿੰਨਰ, ਕਿੰਨਰ ਕਹਿੰਦੇ ਜਿਹਦਾ ਧੜ ਆਪਣੇ ਬੰਦੇ ਦਾ ਹੋਵੇ ਤੇ ਸ਼ਾਇਦ ਸਿਰ ਘੋੜੇ ਦਾ ਹੋਵੇ। ਤੇ ਪਿਸਾਚ, ਪਿਸਾਚ ਕਹਿੰਦੇ ਨੇ ਜਿਹੜਾ ਲਹੂ ਪੀਂਦਾ ਹੋਵੇ, ਸਰੀਰ ਨੂੰ ਚਿੰਬੜ ਕੇ ਲਹੂ ਪੀ ਜਾਂਦਾ ਹੋਵੇ। ਤੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸੂਕਰ ਤੇ ਚਲੋ ਸੂਰ ਆ, ਮਿਰਗ ਅੱਜ ਮ੍ਰਿਗਾਂ ਨੂੰ ਖਾਣ ਵਾਲੇ ਸ਼ੇਰ ਆ। ਤੇ ਜਿਹੜੇ ਭੂਤ ਤੇ ਪ੍ਰੇਤ ਆ ਇਹ ਕੌਣ ਆ ਬਈ? ਹੁਣ ਇਹ ਬਾਣੀ ਦੀ ਇੱਥੇ ਜੇ ਗੱਲ ਮੰਨੀਏ ਸਾਧ ਸੰਗਤ ਜੀ, ਤਾਂ ਇਹ ਸਭ ਕੁਝ ਸੱਚ ਹੀ ਆਖਿਆ ਗਿਆ ਹੈ। ਇੱਕ ਗੱਲ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਆਤਮਾ ਮੰਨਦੇ ਕਿ ਨਹੀਂ ਮੰਨਦੇ? ਬਈ ਬੰਦੇ ਦੇ ਸਰੀਰ 'ਚ ਆਤਮਾ। ਅੱਛਾ, ਜੇ ਆਪਾਂ ਨਾ ਵੀ ਮੰਨੀਏ ਤਾਂ ਮਹਾਰਾਜ ਕਹਿੰਦੇ ਆ ਵੀ ਕੋਈ ਬੰਦੇ ਆਉਂਦੇ ਆ ਸਾਨੂੰ ਲਿਜਾਣ ਵਾਸਤੇ ਮਰਨ ਤੋਂ ਬਾਅਦ, ਤੇ ਉਹ ਵਾਲਾਂ ਤੋਂ ਧੂ ਕੇ ਖਿੱਚ ਕੇ ਲੈ ਕੇ ਜਾਂਦੇ ਆ। ਤੇ ਉਹ ਕਿਹਨੂੰ ਲੈ ਕੇ ਜਾਂਦੇ ਫਿਰ? ਸਰੀਰ ਤੇ ਇੱਥੇ ਪਿਆ ਹੁੰਦਾ। ਜਿਉਂ ਜਮ ਆਏ ਕੇਸ ਗਹਿ ਪਟ ਗਏ, ਤਾ ਦਿਨ ਕਿਛ ਨਾ ਬਸਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਨਾ ਸਿਮਰਨ ਕੀਤਾ, ਨਾ ਭਜਨ ਕੀਤਾ, ਨਾ ਤਰਸ ਕੀਤਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਇਹਦਾ ਮਤਲਬ ਕੋਈ ਜਾਂਦੀ ਚੀਜ਼ ਇਹਦੇ ਵਿੱਚੋਂ, ਗੁਰਬਾਣੀ ਮੁਤਾਬਕ ਕੋਈ ਚੀਜ਼ ਇਹਦੇ ਵਿੱਚੋਂ ਨਿਕਲ ਕੇ ਜਾਂਦੀ ਹੈ। ਤੇ ਉਹਨੂੰ ਆਖਿਆ ਗਿਆ ਵਾ ਵੀ ਕੀ ਮੂੰਹ ਲੈ ਕੇ ਜਾਵੇਂਗਾ ਉੱਥੇ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਜੇ ਸਾਧ ਸੰਗਤ ਵਿੱਚ ਬੈਠੇਗਾ ਤੇ ਇੱਕ ਦਿਨ ਨਾਮ ਜਪਣ ਦਾ ਪ੍ਰੇਮ ਪੈਦਾ ਹੋਊਗਾ, ਨਾਮ ਜਪ ਕੇ ਤਰ ਜਾਵੇਗਾ। ਜਾਂ ਫਿਰ ਬਾਣੀ ਪੜੋ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਇਹ ਚੱਲ ਨਿਕਲੇ ਸਰੀਰ ਨੂੰ ਛੱਡ, ਤੈਨੂੰ ਰੱਬ ਨੇ ਸੱਦਿਆ ਹੈ, ਉਹਦੇ ਕੋਲੇ ਜਾ ਕੇ ਹਿਸਾਬ ਦੇਣਾ ਪੈਣਾ ਹੈ। ਤਾਂ ਫਿਰ ਉਸ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਸਾਥੀ ਨਹੀਂ ਬਣਦਾ ਹੈ, ਕਿਉਂ ਸਾਰੇ ਸੁੱਖ ਦੇ ਹੀ ਅਧੀਨ ਹਨ। ਸੁੱਖ ਕਰਕੇ ਹੀ ਆਉਂਦੇ ਹਨ, ਸੁੱਖ ਕਰਕੇ ਹੀ ਸਾਂਝ ਆ। ਜਿਹੜਾ ਬੰਦਾ ਗਰੀਬ ਹੋਵੇ ਉਹਨੂੰ ਘੱਟ ਹੀ ਕੋਈ ਪੁੱਛਦਾ ਹੁੰਦਾ ਹੈ। ਹੋਰ ਤੇ ਹੋਰ ਛੱਡੋ, ਇੱਕ ਆਪਣੀ ਮੈਨੂੰ ਨਿੱਜੀ ਤੌਰ ਤੇ ਪਤਾ, ਮਹਾਂਪੁਰਖਾਂ ਦੀਆਂ ਬੜੀਆਂ ਅਕੈਡਮੀਆਂ, ਬੜੇ ਅਦਾਰੇ ਹਨ, ਹੌਸਪੀਟਲ ਹਨ। ਤਾਂ ਧਰਮ ਦਾ ਪ੍ਰਚਾਰ ਨਾਲ ਦਇਆ ਧਰਮ ਲੋਕਾਂ ਦੀ ਸੇਵਾ ਵੀ ਦਮਦਮੀ ਟਕਸਾਲ ਕਰਦੀ ਹੈ। ਤਾਂ ਉਹ ਇੱਕ ਨਿੱਜੀ ਘਟਨਾ, ਤਾਂ ਇੱਕ ਬਜ਼ੁਰਗ ਮਿਲਣ ਆ ਗਿਆ ਕਿਸੇ ਨੂੰ, ਉਹਨੇ ਗੇਟ ਤੇ ਆ ਕੇ ਆਖਿਆ ਵੀ ਉਹ ਫਲਾਨਾ ਸੀ, ਉਹਨੂੰ ਕਹੋ ਵੀ ਤੇਰਾ ਪਿਓ ਆਇਆ। ਕੋਈ ਕੰਮ ਪੈ ਗਿਆ ਹੋਊਗਾ, ਨਹੀਂ ਤੇ ਡੱਕਿਆ ਸੀ, ਦਬਕਾ ਮਾਰਿਆ ਸੀ, ਉੱਥੇ ਨਾ ਮਿਲਣਾ ਹੀ, ਮੈਨੂੰ ਬੇਇੱਜ਼ਤੀ ਹੋ ਜਾਂਦੀ ਆ। ਤੇ ਜਦੋਂ ਉਹ ਮਿਲਣ ਆ ਗਿਆ ਤੇ ਉਹ ਬਾਹਰ ਆਇਆ, ਉਹਨੇ ਵੇਖਿਆ ਵੀ ਮੇਰੀ ਤੇ ਡੰਡ ਲੈ ਜਾਣੀ, ਇਹਦੇ ਤੇ ਕੱਪੜੇ ਪਾਟੇ ਆ, ਇਹਨੂੰ ਤੇ ਪੱਗ ਬੰਨਣ ਦੀ ਅਕਲ ਨਹੀਂ ਸਾਡੇ ਬੁੱਢੇ ਨੂੰ। ਹਾਂਜੀ, ਤੇ ਉਹ ਗੇਟ ਵਾਲੇ ਨੂੰ ਕਹਿੰਦਾ, ਉਹ ਇਹ ਸਾਡਾ ਸੀਰੀ ਆ, ਇਹ ਸਾਡਾ ਨੌਕਰ ਆ, ਤੇ ਉਹ ਕੰਮ ਪੈ ਗਿਆ ਸੀ ਤੇ ਇਸ ਕਰਕੇ ਮੈਂ ਦੱਸਣ ਆਇਆ। ਇਹ ਤਾਂ ਹੁਣ ਮੈਂ ਨਿੱਜੀ ਤੌਰ ਤੇ ਜਾਣਦਾ, ਮੇਰੇ ਸਾਹਮਣੇ ਦੀ ਘਟਨਾ ਹੈ, ਦੱਸੋ ਕੀ ਕਰੂ ਬੰਦਾ, ਹੈ ਨਾ।
ਤਾਂ ਸਾਰਾ ਸੰਸਾਰ ਸੁੱਖ ਦਾ ਹੀ ਹੈ, ਮਤਲਬ ਤੇ ਖੜਾ ਹੈ। ਚਲੋ ਇੱਕ ਹੋਰ ਨਿੱਕੀ ਜਿਹੀ ਘਟਨਾ ਸੁਣੋ। ਨਵੀਆਂ ਕੁਝ ਸਟੋਰੀਆਂ ਵਿਦਵਾਨ ਮਿਹਨਤ ਕਰਕੇ ਬਣਾਉਂਦੇ ਹਨ, ਕਿਸੇ ਨੇ ਨਵੀਂ ਬਣਾਈ ਹੈ। ਤਾਂ ਜਿਵੇਂ ਉਹਨੇ ਅੱਜ ਕੱਲ੍ਹ ਤਾਂ ਫਿਰ ਇੱਦਾਂ ਹੀ ਵਿਆਹ ਹੁੰਦੇ ਨਾ, ਉਹਨੇ ਮੁੰਡੇ ਨੇ ਆਖਿਆ ਆਪਣੇ ਪਿਓ ਨੂੰ ਵੀ ਮੈਂ ਹੁਣ ਉਹ ਫਲਾਨੀ ਲੜਕੀ ਮੈਨੂੰ ਪਸੰਦ ਆ, ਪਹਿਲਾਂ ਤੇ ਚਲੋ ਜੋ ਮਾਂ ਪਿਓ ਕਰਦੇ ਸੀ ਉੱਦਾਂ ਹੁੰਦਾ ਸੀ, ਤੇ ਹੁਣ ਤੇ ਫਿਰ ਇੰਚ ਤੋਂ ਵਹਿੰਦੇ ਆ ਨਾ, ਫੁੱਟਾ ਲੈ ਕੇ ਮਿਣਦੇ ਆ, ਸਕੇਲ ਲੈ ਕੇ ਵੀ ਇੰਨਾ ਨੱਕ ਮੋਟਾ ਤੇ ਇੰਨਾ ਪਤਲਾ, ਇੰਨੀਆਂ ਅੱਖਾਂ ਖੁੱਲ੍ਹਦੀਆਂ ਤੇ ਇੰਨੀਆਂ, ਪਰ ਵਸਦੇ ਵਸਦੇ ਨਹੀਂ, ਵੇਖ ਲਓ ਹੈ ਨਾ। ਪਰ ਜਿਹੜੇ ਬਜ਼ੁਰਗ ਕਰਾ ਦਿੰਦੇ ਵਿਆਹ, ਉਹ ਚੰਗੇ ਭਲੇ ਵਸੀ ਜਾਂਦੇ। ਤਾਂ ਉਹਨੇ ਆਖਿਆ ਵੀ ਉਹ ਫਲਾਨਾ ਮੈਂ ਵਿਆਹ, ਉਹ ਚੱਲ ਪਿਓ ਨੇ ਆਖਿਆ ਵੀ ਚੱਲ ਮੈਂ ਵੀ ਕਰਨਾ, ਠੀਕ ਆ ਕਰ ਲਓ। ਤੇ ਪਿਓ ਨੂੰ ਲਿਸਟ ਦੇ ਦਿੱਤੀ 50 ਬੰਦਿਆਂ ਦੀ ਵੀ ਇਹਨੂੰ ਵੀ ਸੱਦਣਾ, ਇਹਨੂੰ ਵੀ ਸੱਦਣਾ, ਮੇਰੇ ਯਾਰ ਆ, ਮੇਰੇ ਮਿੱਤਰ ਆ, ਸੱਜਣ। ਤੇ ਪਿਓ ਨੇ ਵਿਆਹ ਵਾਲੇ ਦਿਨ ਪਹਿਲਾਂ ਟੈਲੀਫੋਨ ਘੁਮਾਤਾ ਹੋਊਗਾ ਸਾਰਿਆਂ ਨੂੰ, ਕਾਰਡ ਕੂਡ ਦਿੱਤੇ ਸਾਰਿਆਂ ਨੂੰ, ਪਰ ਨਾਲ ਪਤਾ ਕੀ ਗਿਆ ਵੀ, ਤਾਂ ਉਹਨੇ ਪਿਓ ਨੇ ਪਤਾ ਕੀ ਕੀਤਾ, ਰਿਸ਼ਤੇਦਾਰਾਂ ਨੂੰ ਵੀ ਕਾਰਡ ਦਿੱਤੇ, ਬਾਕੀਆਂ ਨੂੰ ਵੀ ਦਿੱਤੇ, ਜਿਹੜੇ ਇਹਦੇ ਯਾਰ ਸੀ ਨਾ ਉਹਦੇ ਲੜਕੇ ਦੇ, ਉਹਨਾਂ ਨੂੰ ਪਤਾ ਫੋਨ ਤੇ ਕੀ ਆਖਿਆ ਵੀ ਮੁੰਡਾ ਬਹੁਤ ਤਗੜੇ ਰੱਟੇ 'ਚ ਫਸ ਗਿਆ, ਬਹੁਤ ਮੁਸੀਬਤ 'ਚ ਫਸ ਗਿਆ ਵਾ, ਤੇ ਤੁਹਾਡੀ ਉਹਨੂੰ ਲੋੜ ਆ, ਤੇ ਤੁਸੀਂ ਆਇਓ ਫਲਾਨੇ ਦਿਨ। ਤੇ ਉਹ 50 ਵਿੱਚੋਂ 15 ਹੀ ਪਹੁੰਚੇ, ਤੇ ਜੇ ਕਿਹਾ ਹੁੰਦਾ ਵੀ ਵਿਆਹ ਤੇ ਆਇਓ ਤੇ 100 ਪਹੁੰਚ ਜਾਣਾ ਹੈ। ਤੇ ਉਹ ਮੁੰਡਾ ਪਿਓ ਦੇ ਗੱਲ ਪੈ ਗਿਆ ਵੀ ਤੂੰ ਫੋਨ ਨਹੀਂ ਲਾਏ ਮੇਰੇ ਸੱਜਣਾ ਮਿੱਤਰਾਂ ਨੂੰ, ਮੈਂ ਤੈਨੂੰ ਆਖਿਆ ਸੀ ਪਿਓ ਨੂੰ। ਉਹ ਕਹਿੰਦਾ ਨਹੀਂ ਮੈਂ ਫੋਨ ਲਾਏ ਆ, ਪਰ ਮੈਂ ਨਾਲ ਇੱਕ ਗੱਲ ਆਖੀ ਸੀ ਵੀ ਬੜੀ ਮੁਸੀਬਤ 'ਚ ਫਸ ਗਿਆ। ਤੇ ਕਾਕਾ ਇਹੀ ਤੇਰੇ ਅਸਲੀ ਸੱਜਣ ਆ ਜਿਹੜਾ ਇੰਨਾ ਸੁਣ ਕੇ ਆ ਗਏ, ਨਹੀਂ ਤੇ ਵਿਆਹ ਖਾਣ ਤੇ ਸਾਰਾ ਪਿੰਡ ਹੀ ਆ ਜਾਂਦਾ। ਅਸਲੀ ਸੱਜਣ ਤੇਰੇ ਇਹੀ ਆ ਜਿਹੜੇ ਮੁਸੀਬਤ ਦਾ ਸੁਣ ਕੇ ਵੀ ਆ ਗਏ ਹਨ। ਤਾਂ ਸਾਧ ਸੰਗਤ ਜੀ, ਜਦੋਂ ਐਸੀ ਘਟਨਾ ਫਿਰ ਬਣ ਜਾਂਦੀ ਹੈ, ਉਦੋਂ ਫਿਰ ਇਕੱਲੇ ਨੂੰ ਤੁਰਨਾ ਪੈਂਦਾ ਦੁਨੀਆ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਕੋਈ ਨਾ ਕੋਈ ਚੀਜ਼ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਵੀ ਕੋਈ ਚੀਜ਼ ਆਣ ਕੇ ਦਬਕਾ ਮਾਰਦੀ, ਚੱਲ ਨਿਕਲ ਉੱਥੇ ਹਿਸਾਬ ਦੇਣਾ, ਆਪਾਂ ਚੱਲਣਾ। ਹੁਣ ਬਾਣੀ 'ਚ ਲਿਖਿਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਦਰ ਚੱਲ ਦਰਹਾਲ, ਦੀਵਾਨ ਬੁਲਾਇਆ ਹਰ ਫਰਮਾਨ, ਦਰਗਹਿ ਕਾ ਆਇਆ। ਤਾਂ ਇਸ ਕਰਕੇ ਜੇ ਤੁਸੀਂ ਆਤਮਾ ਮੰਨਦੇ ਹੋ ਤਾਂ ਸਾਧ ਸੰਗਤ ਜੀ, ਜਿਹੜੀ ਕੁਝ ਭੈੜੀਆਂ ਰੂਹਾਂ ਹੁੰਦੀਆਂ ਹਨ, ਜਿਹੜੀਆਂ ਇੱਥੇ ਵੀ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਉਹ ਫਿਰ ਜਿਹੜੀਆਂ ਹੁੰਦੀਆਂ ਹਨ ਉਹ ਫਿਰ ਇਹੋ ਜਿਹੇ ਕੰਮ ਕਰਨ ਲੱਗ ਪੈਂਦੀਆਂ ਹਨ, ਕਿ ਉਹਨਾਂ ਦਾ ਮਰਨ ਤੋਂ ਬਾਅਦ ਵੀ ਭੌਤਿਕ ਸੰਸਾਰ ਦੇ ਨਾਲ ਸੰਬੰਧ ਜੁੜਿਆ ਰਹਿੰਦਾ ਹੈ। ਜੇ ਇਸ ਬੰਨੇ ਮੌਤ ਦੀ ਖੋਜ ਕਰੀਏ ਨਾ ਵੀ ਇਹ ਚੀਜ਼ਾਂ ਕੀ ਹੁੰਦੀਆਂ ਨੇ, ਮਰਨ ਤੋਂ ਬਾਅਦ ਕੀ ਹੁੰਦਾ ਹੈ, ਚਲੋ ਆਪਾਂ ਸਾਇੰਸ ਮੁਤਾਬਕ ਇਹਦੀ ਕੁਝ ਗੱਲ ਕਰਨ ਦਾ ਯਤਨ ਕਰਦੇ ਹਾਂ। ਸਾਇੰਸ ਦੇ ਮੁਤਾਬਕ ਜਿਹੜੀ એનર્ਜੀ ਆ ਨਾ ਸਾਡੇ ਅੰਦਰ, ਉਹ ਮਰਦੀ ਨਹੀਂ ਆ। ਜਿਹੜੀ ਬੋਲਦੀ ਆ, ਸੁਣਦੀ ਆ, ਸਾਰੀ ਕਿਰਿਆ એનર્ਜੀ ਤੇ ਚੱਲਦੀ ਪਈ ਨਾ। ਬਿਜਲੀ ਤੇ ਹੀ ਹੁਣ ਪੱਖੇ ਚੱਲਦੇ ਆ, ਬਲਬ ਜਗਦੇ ਪਏ ਆ, ਮਾਈਕ ਚੱਲਦੇ ਪਏ, ਸਭ એનર્ਜੀ ਤੇ ਹੀ ਆ ਨਾ। એનર્ਜੀ ਕਦੀ ਮਰਦੀ ਨਹੀਂ, ਆਪਣਾ ਰੂਪ ਬਦਲ ਲੈਂਦੀ। ਜੇ ਕੋਈ ਕਵੇ ਨਾ ਵੀ ਸਾਇੰਸ ਮੁਤਾਬਕ ਦੱਸੋ ਵੀ ਕੋਈ ਚੀਜ਼ ਆਪਣੇ ਮਰਨ ਤੋਂ ਬਾਅਦ ਰਹਿੰਦੀ ਆ, ਠੀਕ ਆ, ਉਹ ਸਾਡੀ ਪਕੜ 'ਚ ਨਹੀਂ ਆਉਂਦੀ, ਦੇਖਣ 'ਚ ਨਹੀਂ ਆਉਂਦੀ, ਪਰ ਸਾਇੰਸ ਇੱਕ ਗੱਲ ਤੇ ਮੰਨਦੀ ਵੀ એનર્ਜੀ ਕਦੀ ਵੀ ਮਰਦੀ ਨਹੀਂ, ਰੂਪ ਬਦਲਦੀ, ਖਤਮ ਨਹੀਂ ਹੁੰਦੀ, ਅਗਲਾ ਰੂਪ ਲੈ ਲੈਂਦੀ ਹੈ। ਤਾਂ ਇੱਦਾਂ ਜਿਨ੍ਹਾਂ ਨੂੰ ਭੌਤਿਕ ਸੰਸਾਰ ਬਹੁਤਾ ਚਿੰਬੜਿਆ ਹੈ, ਕਾਮ ਕ੍ਰੋਧ 'ਚ ਜਿਹੜੇ ਫਸੇ ਰਹਿੰਦੇ ਨੇ ਪਦਾਰਥਾਂ ਕਰਕੇ, ਜਾਂ ਜਿਨ੍ਹਾਂ ਦੀ ਮੌਤ ਕਿਸੇ ਦੁਰਘਟਨਾ ਕਰਕੇ ਹੋ ਜਾਂਦੀ ਹੈ, ਉਹਨਾਂ ਦੇ ਕੁਝ ਕੰਮ ਅਧੂਰੇ, ਕੁਝ ਖਾਹਿਸ਼ਾਂ ਅਧੂਰੀਆਂ, ਕੁਝ ਉਹ ਕਰਨਾ ਚਾਹੁੰਦੇ ਸੀ, ਉਹ ਫਿਰ ਦੁਬਾਰਾ ਖਿੱਚ ਕੇ ਇਸ ਧਰਤੀ ਤੇ ਲੈ ਆਉਂਦੀਆਂ ਹਨ। ਇਸ ਕਰਕੇ ਫਿਰ ਉਹ ਇੱਦਾਂ ਦੇ ਜੂਨੀ ਵਿੱਚ ਪੈ ਜਾਂਦੇ ਹਨ। ਤਾਂ ਬਾਣੀ ਵਿੱਚ ਵੀ ਮਹਾਰਾਜ ਨੇ ਲਿਖਿਆ ਨਾ, ਪ੍ਰੇਤ ਪਿੰਜਰ ਮਹਿ ਦੂਖ ਘਨੇਰੇ, ਕਹਿੰਦੇ ਜਿਹੜਾ ਪ੍ਰੇਤਾਂ ਦਾ ਸਰੀਰ ਆ ਉਹਦੇ ਵਿੱਚ ਬਹੁਤ ਜ਼ਿਆਦਾ ਦੁੱਖ ਬੰਦੇ ਨੂੰ ਪ੍ਰਾਪਤ ਹੁੰਦਾ ਹੈ। ਤਾਂ ਸਤਿਗੁਰੂ ਜੀ ਦੀ ਬਾਣੀ ਮੁਤਾਬਕ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਨਰਕ ਪਚੇ ਅਗਿਆਨ ਅੰਧੇਰੇ, ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਜਿਨਨੇ ਰੱਬ ਦਾ ਨਾਮ ਨਹੀਂ ਜਪਿਆ, ਉਹਨਾਂ ਤੋਂ ਧਰਮ ਰਾਜਾ ਬਾਕੀ ਮੈਨੇ ਬਕਾਇਆ ਕਢਾਉਂਦਾ ਹੈ, ਹਿਸਾਬ ਕਢਾਉਂਦਾ ਵੀ ਹਿਸਾਬ ਕੱਢ ਕੇ ਰੱਖ ਇੱਥੇ। ਤਾਂ ਇਸ ਕਰਕੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕੁਝ ਜ਼ਿਕਰ ਕੀਤਾ ਹੈ ਸਾਧ ਸੰਗਤ ਜੀ। ਇਸ ਕਰਕੇ ਜੇ ਤਾਂ ਤੁਸੀਂ ਮੰਨਦੇ ਆ ਮਹਾਰਾਜ ਦੀ ਬਾਣੀ ਨੂੰ ਵੀ ਆਤਮਾ ਹੁੰਦੀ ਆ,
ਤੇ ਜਿਹੜੀ ਆਤਮਾ ਦਾ ਸੁਭਾਅ ਮਾੜਾ ਹੁੰਦਾ ਉਹ ਫਿਰ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ। ਤਾਂ ਉੱਥੇ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਸੀ। ਉਹ ਕਹਿੰਦੇ ਵਸਣ ਨਹੀਂ ਦਿੰਦੇ ਪਿੰਡ ਨੂੰ। ਦੇਵ ਜਿਨ ਬਹੁ ਪ੍ਰੇਤਨ ਜਾਤੀ, ਦੇਵ ਜਿਨ ਬੜੀਆਂ ਪ੍ਰੇਤਾਂ ਦੀਆਂ ਜਾਤੀਆਂ ਹਨ। ਕੀਨ ਬਸ ਉਤਪਾਤੀ, ਉੱਥੇ ਉਹਨਾਂ ਉਪਦਰਵੀਆਂ ਨੇ ਨਿਵਾਸ ਕੀਤਾ ਹੈ। ਤੇ ਲੱਖ ਪ੍ਰੇਤ ਕੋ ਡੇਰੇ, ਪਤਾ ਨਹੀਂ ਕਿੰਨੇ ਕੁ ਲੱਖਾਂ ਹਨ ਜਿਨ੍ਹਾਂ ਦੇ ਡੇਰੇ ਲੱਗੇ ਹਨ। ਰਹਿ ਜਹਾਂ ਕਹ ਦੇਸ਼ ਕਨੇਰੇ, ਕਿਉਂ ਇਹ ਫਿਰਦੇ ਰਹਿੰਦੇ ਹਨ। ਹਵਾ ਦੇ ਸਰੀਰ ਹੁੰਦੇ ਹਨ ਇਹਨਾਂ ਦੇ, ਜਿੱਥੇ ਕਿਥੇ ਤੁਰੇ ਰਹਿੰਦੇ ਹਨ। ਸਤਿ ਗ੍ਰਾਮ ਮਮ ਆਏ, ਤੇ ਮਹਾਰਾਜ ਮੇਰੇ ਪਿੰਡ ਵਿੱਚ ਮੇਰੀ ਜਗ੍ਹਾ ਤੇ ਵੀ ਆਣ ਕੇ ਕੁਝ ਇਦਾਂ ਦਾ ਇਹ ਪਹਿਰਾ ਵਾਪਰਿਆ ਹੈ, ਟਿਕ ਗਏ ਹਨ। ਕੋ ਤਹ ਬਸਨ ਨ ਪਾਏ, ਉੱਥੇ ਕਿਸੇ ਬੰਦੇ ਨੂੰ ਵਸਣ ਨਹੀਂ ਦਿੰਦੇ ਹਨ। ਦੋਹਰਾ ਕਰਤੇ ਕੰਧ ਉਸਾਰਿ ਕੈ, ਦਿਨ ਮਹਿਮਾਨ ਬ੍ਰਿੰਦ, ਸਵੇਰੇ ਅਸੀਂ ਕੰਧ ਇਕੱਠੇ ਹੋ ਕੇ ਰਲ ਕੇ ਕਰਦੇ ਹਾਂ। ਸਾ ਪਰੈ ਢਾਹਤ ਸਕਲ, ਭੀਮ ਕਰੂਪ ਬਿਲੰਦ, ਬੜੇ ਬੰਦੇ ਮਿਲ ਕੇ ਕੰਧ ਕਰਦੇ ਨੇ। ਰਾਤ ਪੈਂਦੀ ਹੈ ਢਾਹ ਦਿੰਦੇ ਹਨ, ਜਿਨ੍ਹਾਂ ਦੇ ਰੂਪ ਬੜੇ ਭਿਆਨਕ ਹਨ, ਮਾੜੇ ਹਨ ਬਹੁਤੇ। ਜੋ ਪਈ ਕਈ ਵਾਰ ਮੈਂ ਆਣ ਬਸਾਏ, ਮੈਂ ਬੜੇ ਲੋਕ ਲੈ ਕੇ ਆਉਣਾ ਵੀ ਇੱਥੇ ਘਰ ਬਣਾਓ, ਇੱਥੇ ਵਸੋ, ਪਿੰਡ ਵਸਾਈਏ। ਕਿਰਪਾ ਕਰਕੇ ਤੁਸੀਂ ਇੱਕ ਵਾਰੀ ਉੱਥੇ ਚਰਨ ਪਾ ਦਿਓ। ਕਿਰਪਾ ਕਰੋ ਸੋ ਗ੍ਰਾਮ ਬਸਾਵੋ, ਜਿਸ ਕਰਕੇ ਉਹ ਕਿਰਪਾ ਕਰਕੇ ਪਿੰਡ ਵਸਾ ਦਿਓ। ਆਪ ਲਿਓ ਸ਼ਿਤ ਬਾਂਛਤ ਜੇਤੀ, ਆਪ ਨੇ ਜਿੰਨੀ ਵੀ ਧਰਤੀ ਲੈਣੀ ਆ ਮੈਂ ਅਰਦਾਸਾ ਕਰਾ ਦਿੰਨਾ, ਲੈ ਲਓ ਮੇਰੇ ਪਾਸੋਂ। ਕੋ ਨਾ ਮੁਜਾਹਮਾ ਹੋਵਤ ਤੇਤੀ, ਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੀ ਤੁਹਾਨੂੰ ਰੋਕਣ ਵਾਲਾ ਨਹੀਂ ਹੋਊਗਾ ਉੱਥੇ। ਇਹ ਮਮ ਜਾਚਾ ਪੂਰ ਕਿਰਪਾਲਾ, ਇਹ ਮੇਰੀ ਇੱਛਾ ਕਿਰਪਾਲੂ ਸਤਿਗੁਰੂ ਜੀ ਪੂਰੀ ਕਰ ਦਿਓ। ਕਰੋ ਬਸਾਵਨ ਗ੍ਰਾਮ ਵਿਸਾਲਾ, ਕਿਰਪਾ ਕਰਕੇ ਵੱਡਾ ਨਗਰ ਉੱਥੇ ਵਸਾਓ ਆਪ ਸ੍ਰੀ ਜੀ। ਅੰਗਦ ਸੁਨ ਬੇਨਤੀ ਐਸੇ, ਜਦੋਂ ਮਹਾਰਾਜ ਨੇ ਉਹਦੀ ਬੇਨਤੀ ਸੁਣੀ ਨਾ ਭਾਈ ਗੋਂਦੇ ਦੀ, ਬੁਝਿਓ ਭਇਓ ਬਿਰਤਾਂਤ ਸੋ ਕੈਸੇ, ਕਹਿੰਦੇ ਬਈ ਤੇਰਾ ਇੰਨਾ ਨੁਕਸਾਨ ਕਿਉਂ ਹੁੰਦਾ ਵਾ, ਤੂੰ ਕੋਈ ਗਲਤੀ ਕੀਤੀ ਹੋਊਗੀ ਤਾਂ ਤੇਰਾ ਨੁਕਸਾਨ ਹੁੰਦਾ। ਗੱਲ ਕੀ ਆ, ਅਸਲੀ ਗੱਲ ਦੱਸ ਵਿੱਚੋਂ। ਕਬ ਕੋ ਡੇਰਾ ਪ੍ਰੇਤਨ ਪਾਇਓ, ਕਦੋਂ ਕਦਾ ਡੇਰਾ ਹੈ ਉਹਨਾਂ ਪ੍ਰੇਤਾਂ ਦਾ, ਇਸ ਪ੍ਰਕਾਰ ਪੁਰ ਕੋ ਉਜਰਾਇਓ, ਕਿਸ ਤਰ੍ਹਾਂ ਉਹ ਗਿਆ। ਕਹਿਣ ਲੱਗਿਓ ਬਿਰਤਾਂਤ ਸੋ ਹੈਸ, ਤਾਂ ਜਿੱਦਾਂ ਉੱਥੋਂ ਦਾ ਬਿਰਤਾਂਤ ਸੀ ਉਹ ਦੱਸਦਾ ਸ੍ਰੀ ਹੈ। ਸਤਿਗੁਰ ਇਮ ਭਇਓ ਪ੍ਰਸੰਗ, ਹੇ ਸਤਿਗੁਰੂ ਜੀ ਗੱਲ ਇਸ ਤਰ੍ਹਾਂ ਹੋਈ ਹੈ। ਝਗੜਾ ਤੋ ਸ਼ਰੀਕਨ ਸੰਗ, ਝਗੜਾ ਸੀ ਸ਼ਰੀਕਾਂ ਦੇ ਨਾਲ, ਮੁੱਢ ਤੋਂ ਹੀ ਵੈਰ ਤੁਰਿਆ ਆਉਂਦਾ ਹੈ। ਇਹਦੇ ਤੋਂ ਬਿਨਾ ਤਰੱਕੀ ਵੀ ਨਹੀਂ ਹੁੰਦੀ ਤੇ ਇਹਦੇ ਕਰਕੇ ਕਲੇਸ਼ ਵੀ ਬੜਾ ਰਹਿੰਦਾ ਘਰਾਂ 'ਚ। ਆਪਸ ਮੈਂ ਬਹੁ ਬਾਦ ਉਠਾਵਾ, ਆਪਸ ਦੇ ਵਿੱਚ ਬੜਾ ਝਗੜਾ ਪੈਦਾ ਹੋ ਗਿਆ। ਬਹੁ ਮਿਲ ਪੀਨਾ ਝਗੜ ਚੁਕਾਵਾ, ਬੜੇ ਸਿਆਣੇ ਲੋਕ ਮਿਲੇ, ਬੜੇ ਦਾਨੇ ਬੰਦੇ ਬਜ਼ੁਰਗਾਂ ਫੈਸਲਾ ਕਰਾਇਆ, ਪਰ ਗੱਲ ਨਾ ਨਿਬੜੇ। ਸ਼ਰੀਕੇ ਦਾ ਵੈਰ ਬੜਾ ਮਾੜਾ ਹੁੰਦਾ ਹੈ। ਦੋਨੋਂ ਦਿਸ਼ ਝਗੜਤ ਚੱਲ ਗਏ, ਤਾਂ ਦੋਵੇਂ ਝਗੜਦੇ ਬੜੀ ਦੂਰ ਚਲੇ ਗਏ। ਜਾਏ ਪਰਵੇਸ਼ਤ ਭਏ, ਇੱਥੋਂ ਤੱਕ ਦਿੱਲੀ ਜਿਹੜੀ ਰਾਜਧਾਨੀ ਮੰਨੀ ਜਾਂਦੀ ਹੈ ਉੱਥੇ ਇਹਨਾਂ ਦਾ ਝਗੜਾ ਚਲੇ ਗਿਆ। ਨਿਆਓ ਕੋ ਇਮ ਠਹਿਰਾਇਓ, ਉੱਥੇ ਜਿਹੜਾ ਨਿਆਂ ਸੀ ਨਾ, ਪੁਰਾਣੇ ਲੋਕ ਧਰਮੀ ਹੁੰਦੇ ਸੀ, ਵਾਹਿਗੁਰੂ ਪਰਮੇਸ਼ਰ ਤੇ ਯਕੀਨ ਕਰਦੇ ਸਨ, ਤਾਂ ਉੱਥੇ ਉਹਨਾਂ ਨੇ ਇਸ ਤਰ੍ਹਾਂ ਫੈਸਲਾ ਕੀਤਾ, ਕਰਮ ਕਰੋ ਨਿਜ ਪਦ ਲਿਹੁ ਪਾਇਓ, ਭਾਈ ਸਹੁੰ ਚੁੱਕੋ, ਰੱਬ ਦੀ ਸਹੁੰ ਖਾ ਜਾਓ, ਜਿਹੜਾ ਖਾ ਜਾਵੇ ਉਹ ਆਪਣਾ ਥਾਂ ਲੈ ਲਵੇ। ਤਬ ਮੈਂ ਸੁਣ ਕਰ ਹੋਇਓ ਤਿਆਰ, ਤੇ ਭਾਈ ਗੋਂਦਾ ਕਹਿੰਦਾ ਮਹਾਰਾਜ ਸੱਚੀ ਗੱਲ ਹੈ ਕਿ ਮੈਂ ਉੱਥੇ ਤਿਆਰ ਹੋ ਗਿਆ ਸਹੁੰ ਖਾਣ ਨੂੰ। ਪੂਰਾ ਧਰਮ ਕੀਨ ਤਿਸ ਬਾਰ, ਐਵੇਂ ਝੂਠੀ ਸਹੁੰ ਹੀ ਖਾ ਗਿਆ। ਇਸੇ ਕਰਕੇ ਮਹਾਰਾਜ ਨੇ ਸਹੁੰ ਆਪਣੇ ਸਿੱਖਾਂ 'ਚ ਬੰਦ ਕੀਤੀ ਹੈ ਵੀ ਮਹਾਰਾਜ ਤੇ ਯਕੀਨ ਰੱਖੋ, ਝੂਠੀਆਂ ਸਹੁੰਆਂ ਨਾ ਖਾਇਆ ਕਰੋ। ਜੀਤ ਦੀਨ ਮੈਂ ਝਗੜਾ ਸਾਰੋ, ਤੇ ਜਦੋਂ ਮੈਂ ਸਹੁੰ ਖਾ ਗਿਆ ਉਹਨਾਂ ਆਖਿਆ ਵੀ ਨਹੀਂ ਬਈ ਇਹ ਰੱਬ ਦੀ ਸਹੁੰ ਖਾਂਦਾ ਹੈ, ਤੇ ਸਾਰਾ ਕੇਸ ਜਿਹੜਾ ਸੀ ਉਹ ਮੇਰੇ ਵੱਲ ਹੋ ਗਿਆ। ਲੀਨ ਹਰਖ ਕਰ ਪਾਰੋ, ਮੈਨੂੰ ਥਾਂ ਮਿਲ ਗਿਆ, ਧਰਤੀ ਮਿਲ ਗਈ ਤੇ ਮੈਂ ਬੜਾ ਖੁਸ਼ ਹੋਇਆ। ਜਦ ਆਏ ਬਸਾਵਣ ਕੀਨਾ, ਤੇ ਜਦੋਂ ਮੈਂ ਆਣ ਕੇ ਸਾਧ ਸੰਗਤ ਜੀ ਵਸਾਉਣਾ ਕੀਤਾ, ਭਇਓ ਧਰਮ ਪ੍ਰੇਤ ਸਭ ਚੀਨਾ, ਤਾਂ ਜਿਹੜੀਆਂ ਮਾੜੀਆਂ ਰੂਹਾਂ ਨੇ ਉਹ ਜਾਣ ਗਈਆਂ ਵੀ ਇਹ ਪਾਪੀ ਬੰਦਾ ਹੈ, ਮਾੜਾ ਬੰਦਾ ਹੈ। ਤੇ ਜਿੱਥੇ ਮਾੜੇ ਬੰਦੇ ਹੁਣ ਉੱਥੇ ਖਿੱਚੀਆਂ ਤੁਰੀਆਂ ਆਉਂਦੀਆਂ ਹਨ। ਚਲ ਆਏ ਲਖ ਪਾਪ ਮਹਾਨਾ, ਉਹ ਮਾੜਾ ਕਰਮ ਜਾਣ ਕੇ, ਵੱਡਾ ਜਾਣ ਕੇ ਮਾੜਾ ਕਰਮ ਤੇ ਆ ਗਏ ਹਨ। ਦੇਸ਼ ਦੇਸ਼ ਤੇ ਭੇ ਇਕ
ਥਾਨਾ ਤੇ ਆਪੋ ਆਪਣੀਆਂ ਜਗ੍ਹਾ ਤੋਂ ਇਸ ਜਗ੍ਹਾ ਤੇ ਆਣ ਕੇ ਇਕੱਠੇ ਹੋਏ ਹਨ। ਸਨੇ ਸਨੇ ਨਰ ਦੀਏ ਉਜਾਰੋ ਹੌਲੀ ਹੌਲੀ ਸਾਰੇ ਲੋਕ ਉੱਥੋਂ ਉਜਾੜ ਦਿੱਤੇ ਉਹਨਾਂ ਨੇ ਆਪ ਆਏ ਕਰ ਬਸੇ ਹਜ਼ਾਰੋਂ ਤੇ ਆਪ ਆਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਸ ਗਏ ਹਨ। ਕਿਸੀ ਰੀਤ ਡੇਰਾ ਪਰ ਗਇਓ ਇਸ ਤਰ੍ਹਾਂ ਉਹਨਾਂ ਨੇ ਡੇਰਾ ਪਾਇਆ ਲਾਖੋਂ ਹੈ ਪ੍ਰੇਤ ਬਾਸ ਕੋ ਕਇਓ ਤੇ ਉੱਥੇ ਮਹਾਰਾਜ ਹੁਣ ਲੱਖਾਂ ਪ੍ਰੀਤਾਂ ਦਾ ਨਿਵਾਸ ਹੈ। ਕਿਉਂ ਇਹਨਾਂ ਕਿਹੜਾ ਜਗ੍ਹਾ ਘੇਰਨੀ ਹੁੰਦੀ ਆ, ਅਸਮਾਨ ਦੇ ਵਿੱਚ ਟਿਕਾਣੇ ਹੁੰਦੇ ਇਹਨਾਂ ਦੇ, ਇਸ ਕਰਕੇ ਹਜ਼ਾਰਾਂ ਹੀ ਸਮਾ ਜਾਂਦੇ ਇੱਕ ਜਗ੍ਹਾ ਤੇ। ਡਰਤੇ ਅਬ ਪਰ ਲੋਕ ਨਾ ਜਾਏ ਉਹਨਾਂ ਤੋਂ ਡਰਦੇ ਲੋਕ ਨਹੀਂ ਜਾਂਦੇ। ਮਹਾ ਪਾਪ ਕਰ ਸੋ ਫਲ ਪਾਏ ਇਹ ਪਾਪ ਦਾ ਫਲ ਇੱਕ ਨਾ ਇੱਕ ਦਿਨ ਸੱਚੇ ਪਾਤਸ਼ਾਹ ਜ਼ਰੂਰ ਮਿਲਦਾ ਹੈ। ਅਸੀਂ ਖੁਸ਼ ਹੋ ਕੇ ਲੋਕ ਰੱਬ ਤੋਂ ਝੂਠੀਆਂ ਸਹੁੰਆਂ ਖਾਂਦੇ ਆ, ਧੋਖਾ ਦਿੰਦੇ ਇੱਕ ਦੂਜੇ ਨੂੰ, ਪਰ ਇੱਕ ਨਾ ਇੱਕ ਦਿਨ ਤਾਂ ਪਾਪ ਦਾ ਫਲ ਜ਼ਰੂਰ ਮਿਲਦਾ ਹੈ। ਜਿਵੇਂ ਕਿਸੇ ਗ੍ਰੰਥ ਵਿੱਚ ਲਿਖਿਆ ਨਾ ਵੀ ਪਾਪ ਦਾ ਫਲ ਮੈਨੇ ਮਾੜੇ ਕਰਮ, ਮਾੜੀਆਂ ਕਰਤੂਤਾਂ, ਇਹਨਾਂ ਦਾ ਜਿਹੜਾ ਫਲ ਹੈ ਜਾਂ ਤੇ ਬੰਦੇ ਦੇ ਹੁੰਦੇ ਹੁੰਦੇ ਮਿਲਦਾ ਹੈ ਜਾਂ ਉਹਦੀ ਔਲਾਦ ਤੇ ਮਿਲਦਾ ਹੈ, ਤੇ ਜਿਹੜੀ ਉਹਦੀ ਗਾਂ ਪੋਤਰੇ ਵਾਲੀ ਔਲਾਦ ਹੋਊਗੀ ਉਹ ਤੇ ਕਹਿੰਦੇ ਹੱਦ ਆ ਨਾ, ਜੇ ਉਹ ਲੰਘ ਗਈ ਫਿਰ ਰੱਬ ਨੂੰ ਮੰਨਣਾ ਛੱਡ ਦੇ ਤੂੰ। ਇਸ ਕਰਕੇ ਇਦਾਂ ਇਹ ਪਾਪ ਦਾ ਫਲ ਸਾਧ ਸੰਗਤ ਜੀ ਮਿਲਦਾ ਹੈ। ਜਤਨ ਕੋ ਬਿਨਾ ਤੁਮਾਰੇ ਇਸ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਕੋਈ ਯਤਨ ਨਹੀਂ ਹੋ ਸਕਦਾ। ਦਾਨ ਬਣਾ ਭਗਤਾਰੇ ਆਪ ਕਿਰਪਾ ਕਰਕੇ ਉਸ ਜਗ੍ਹਾ ਤੇ ਚਰਨ ਪਾਓ ਜਿਸ ਕਰਕੇ ਸਾਡੇ ਉਹ ਧਰਤੀ ਜਿਹੜੀ ਆ ਉਹ ਪਵਿੱਤਰ ਹੋ ਜੇ। ਇਹ ਆਪ ਜੀ ਕਿਰਪਾ ਕਰ ਦਿਓ। ਇੱਥੋਂ ਸਾਧ ਸੰਗਤ ਜੀ ਫਿਰ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸੱਦਿਆ, ਕਿਉਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਈਰਖਾ ਕਰਦੇ ਸਨ। ਤਾਂ ਮਹਾਰਾਜ ਨੇ ਆਖਿਆ ਭਾਈ ਜਾਓ ਉੱਥੇ, ਤੇ ਕੋਈ ਵੀ ਸਾਧ ਸੰਗਤ ਜੀ ਤਿਆਰ ਨਹੀਂ ਹੋਇਆ ਉੱਥੇ ਜਾਣ ਨੂੰ। ਤਾਂ ਫਿਰ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਖਿਆ ਵੀ ਤੁਸੀਂ ਜਾਓ ਉੱਥੇ ਤੇ ਨਗਰ ਵਸਾਓ ਜਾ ਕੇ। ਇੱਕ ਸੋਟੀ ਦਿੱਤੀ, ਮਹਾਰਾਜ ਨੇ ਕਿਰਪਾ ਕੀਤੀ। ਤਾਂ ਫਿਰ ਜਿਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਰਾਗ ਕਰਦੇ ਹੋਏ ਉੱਥੋਂ ਤੁਰ ਪਏ ਹਨ ਤੇ ਰਸਤੇ ਵਿੱਚ ਤੁਰੇ ਜਾਂਦੇ ਹਨ। ਪਿਛਲ ਪਾਏ ਸ਼੍ਰੀ ਅਮਰ ਜੀ ਗੋਂਦੇ ਕੋਈ ਸੰਗ ਜਾਏ। ਤਾਂ ਭਾਈ ਗੋਂਦੇ ਦੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਪਿੱਛੇ ਪਿੱਛੇ ਤੁਰੇ ਜਾਂਦੇ ਹਨ। ਸਨੇ ਸਨੇ ਮਗ ਚਲਤ ਹੈ ਜਪ ਜੀ ਪਾਠ ਕਰਾਏ। ਤਾਂ ਸਨੇ ਸਨੇ ਹੌਲੀ ਹੌਲੀ ਗਰੀਬ ਨਵਾਜ ਪਿਛਲ ਪੈਰੀ, ਜਿਵੇਂ ਮਹਾਰਾਜ ਜੀ ਦੀ ਮਰਿਆਦਾ ਸੀ ਪੁੱਠੇ ਪੈਰ ਤੁਰਨਾ, ਸਤਿਕਾਰ ਦੇਣਾ ਗੁਰੂ ਅੰਗਦ ਦੇਵ ਸਾਹਿਬ ਨੂੰ, ਇਦਾਂ ਤੁਰੇ ਹਨ ਔਰ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਜਾਂਦੇ ਹਨ। ਪਈ ਬ੍ਰਿਧ ਸਰੀਰ ਨਿਬਲ ਕਾਤ ਛੋਟਾ। ਹੁਣ ਤੁਹਾਨੂੰ ਮਹਾਰਾਜ ਦੇ ਪਵਿੱਤਰ ਸਰੀਰ ਦਾ ਦਰਸ਼ਨ ਕਰਾਉਂਦੇ ਆ ਇੱਥੇ ਕਿ ਗੁਰੂ ਅਮਰਦਾਸ ਸਾਹਿਬ ਦਾ ਕੱਦ ਕਾਠ ਕਿੱਦਾਂ ਦਾ ਸੀ, ਸਰੀਰ ਕਿੱਦਾਂ ਦਾ ਸੀ। ਕਹਿੰਦੇ ਸਰੀਰ ਤਾਂ ਸੀ ਬਜ਼ੁਰਗ ਤੇ ਨਿਬਲ ਕਮਜ਼ੋਰ ਸੀ, ਸੇਵਾ ਕਰਕੇ ਪਤਲਾ ਸਰੀਰ ਸੀ ਮਹਾਰਾਜ ਦਾ, ਔਰ ਕੱਦ ਮਹਾਰਾਜ ਦਾ ਬਹੁਤਾ ਜਵਾਨ ਨਹੀਂ ਸੀ, ਛੋਟੇ ਕੱਦ ਦੇ ਸਨ ਗੁਰੂ ਅਮਰਦਾਸ ਸਾਹਿਬ ਜੀ। ਸਾਲ ਸਬਨ ਕੇ ਓਟਾ। ਠੀਕ ਆ, ਕੱਦ ਤੇ ਉਹਨਾਂ ਦਾ ਛੋਟਾ ਸੀ ਪਰ ਉਹ ਆਸਰਾ ਸਾਰੀ ਦੁਨੀਆ ਦੇ ਸਨ, ਬਹੁਤ ਵੱਡੀ ਤਾਕਤ ਦੇ ਮਾਲਕ ਸਨ ਤੇ ਸਾਰੇ ਸੰਸਾਰ ਦਾ ਹੀ ਵੱਡਿਆਂ ਵੱਡਿਆਂ ਦਾ ਵੀ ਉਹ ਆਸਰਾ ਸਨ। ਉਸ ਪਰ ਜਬ ਹੀ ਗਏ ਤਾਂ ਮਰਿਆਦਾ ਸੀ ਨਾ ਮਹਾਰਾਜ ਦੀ, 3 ਕੋ ਪੁੱਠੇ ਪੈਰੀ ਜਾਂਦੇ ਸਨ। ਤਾਂ ਜਦੋਂ 3 ਕੋਹਾਂ ਤੇ ਪੁੱਠੇ ਪੈਰੀ ਗਏ ਹਨ ਹੱਥ ਜੋੜ ਤਹ ਠਾਂਡੇ ਪਏ ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਉੱਥੇ ਖੜੇ ਹੋ ਗਏ। ਅੱਜ ਵੇਖੋ ਆਪਾਂ ਭੋਰਾ ਸ਼ਰਮ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਕਰਨ ਲੱਗੇ ਆ। ਆਪਣੇ ਵਿਆਹ ਦੀ ਖੁਸ਼ੀ ਦੇ ਵਿੱਚ ਜਾਂ ਹੋਰ ਕਾਰਜਾਂ ਦੀ ਖੁਸ਼ੀ ਵਿੱਚ, ਚਲੋ ਕਈਆਂ ਨੂੰ ਤੇ ਪਤਾ ਵੀ ਨਹੀਂ ਹੁੰਦਾ ਤੇ ਕਈਆਂ ਨੂੰ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਜਾਣ ਕੇ ਕਰਦੇ ਹਨ ਬਈ ਇਹ ਸਾਡਾ ਕੁਝ ਨਹੀਂ ਕਰ ਸਕਦਾ ਹੈ, ਉਹਨਾਂ ਨੂੰ ਇਹ ਹੰਕਾਰ ਆ ਜਾਂਦਾ ਹੈ। ਪਰ ਵੇਖ ਲਓ ਜਿਹੜੇ ਇਦਾਂ ਦੀ ਹਰਕਤ ਕਰ ਬੈਂਦੇ ਨੇ ਉਹ ਸਾਧ ਸੰਗਤ ਜੀ ਫਿਰ ਦਿਨੋਂ ਦਿਨ ਘਟਦੇ ਜਾਂਦੇ ਹਨ, ਖਤਮ ਹੁੰਦੇ ਜਾਂਦੇ ਹਨ। ਆ ਸਰਸੇ ਵਾਲੇ ਸਾਧ ਨੂੰ ਵੀ ਇਹੀ ਵਹਿਮ ਸੀ ਨਾ ਵੀ ਮਹਾਰਾਜ ਨੇ ਸਾਡਾ ਕੀ ਕਰ ਲੈਣਾ ਹੈ। ਜਿਹੜੇ ਨਰਕ ਧਾਰੀ ਸੀ ਉਹਨਾਂ ਨੂੰ ਵੀ ਇਹੀ ਵਹਿਮ ਸੀ ਨਾ ਵੀ ਗੁਰੂ ਗ੍ਰੰਥ ਸਾਹਿਬ ਨੇ ਸਾਡਾ ਕੀ ਕਰ ਲੈਣਾ ਹੈ। ਉਹਨੇ ਪੌੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਸੀ ਨਾ ਤੇ ਕਹਿੰਦਾ ਸੀ ਵੀ ਆਹ ਵੇਖੋ ਮੈਂ ਪੌੜੀਆਂ ਤੇ ਪੈਰ ਰੱਖ ਕੇ ਚੜ੍ਹਦਾ ਪਿਆ, ਮੇਰੇ ਪੈਰਾਂ 'ਚ ਤੁਹਾਡਾ ਗੁਰੂ ਪਿਆ ਹੈ, ਕੀ ਕਰ ਲੂਗਾ ਮੇਰਾ।
ਆਪਣੀ ਲੜਕੀ, ਆਪਣੀ ਭੈਣ, ਰਿਸ਼ਤੇਦਾਰ, ਜਵਾਈ, ਉਹਨਾਂ ਦੇ ਨਾਂ ਬੜੇ ਪੁੱਠੇ ਪੁੱਠੇ ਰੱਖੇ ਸੀ। ਕਿਸੇ ਦਾ ਗੋਬਿੰਦ ਸਿੰਘ ਨਾਂ ਰੱਖਿਆ ਸੀ, ਭੈਣ ਦਾ ਖਣੀ ਬੇਬੇ ਨਾਨਕੀ ਰੱਖੀ ਫਿਰਦਾ ਸੀ, ਕਿਸੇ ਦਾ ਬੀਬੀ ਭਾਨੀ ਰੱਖੀ ਫਿਰਦਾ ਸੀ। ਇੱਦਾਂ ਦਿਨ ਦਿਹਾੜੇ ਮਖੌਲ ਕਰਦਾ ਸੀ, ਰੱਬ ਨੂੰ ਕੁਝ ਨਹੀਂ ਸੀ ਸਮਝਦਾ। ਤੇ ਫਿਰ ਵੇਖ ਲਓ ਕਿੱਧਰ ਨੂੰ ਗਈ ਗੱਲ ਸਾਧ ਸੰਗਤ ਜੀ। ਇਸੇ ਤਰ੍ਹਾਂ ਜਦੋਂ ਇਹਨਾਂ ਨੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕੀਤੀ ਸੀ ਤੇ ਇਹਨਾਂ ਪੋਸਟਰ ਲਾਏ ਸੀ ਨਾ, ਲਿਖ ਲਿਖ ਕੇ ਵੀ ਤੁਹਾਡਾ ਪਿਓ ਜਿਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ, ਅਸੀਂ ਪਾੜ ਕੇ ਸੁੱਟ ਗਏ ਆ, ਕਰ ਲਓ ਸਾਡਾ ਜੋ ਹੁੰਦਾ ਹੈ। ਤੇ ਮਹਾਰਾਜ ਤੋਂ ਡਰਨਾ ਚਾਹੀਦਾ। ਵੇਖ ਲਓ ਕਿੱਧਰ ਨੂੰ ਗਈ ਗੱਲ। ਮਹਾਰਾਜ ਨੇ ਜੋ ਕਰਨਾ ਸੀ ਉਹ ਤੇ ਹੋ ਗਿਆ, ਵੱਜ ਗਿਆ 20 ਸਾਲਾਂ ਵਾਸਤੇ। ਤੇ ਸਾਧ ਸੰਗਤ ਜੀ, ਸਾਡੇ ਪਿਓ ਨੇ ਤੇ ਉਹਨੂੰ ਅੰਦਰ ਸੁੱਟਤਾ, ਤੇ ਸਾਡਾ ਪਿਓ ਤੇ ਚੰਗਾ ਭਲਾ ਇੱਥੇ ਹੀ ਬੈਠਾ ਵਾ, ਉਹ ਅੰਦਰ ਚਲੇ ਗਿਆ ਹੈ। ਇਸ ਕਰਕੇ ਹੰਕਾਰ ਦੇ ਵਿੱਚ ਆ ਕੇ ਜਿਹੜਾ ਵੀ ਸਾਧ ਸੰਗਤ ਜੀ ਮਹਾਰਾਜ ਦੀ ਬੇਅਦਬੀ, ਬੇਸਤਕਾਰੀ ਕਰਦਾ ਹੈ, ਹੌਲੀ ਹੌਲੀ ਘਟਦਾ ਜਾਂਦਾ, ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਹੈ। ਜਪਜੀ ਪਾਠ ਭੋਗ ਕੋ ਪਾਇਓ। ਤਾਂ 3 ਕੋਹ ਤੇ ਜਿੱਥੇ ਦਮਦਮਾ ਸਾਹਿਬ ਬਣਿਆ ਗੁਰੂ ਘਰ, ਉੱਥੇ ਜਪਜੀ ਸਾਹਿਬ ਦਾ ਪਾਠ ਪੂਰਾ ਕੀਤਾ ਸ੍ਰੀ ਅੰਗਦ ਰੂਪ ਵਸਾਇਓ। ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਰੂਪ ਹਿਰਦੇ ਵਿੱਚ ਵਸਾ ਲਿਆ। ਕਰੀ ਅਸ਼ਟਾਂਗ ਪ੍ਰਣਾਮ। ਉੱਥੇ ਧਰਤੀ ਤੇ ਲੰਮੇ ਪੈ ਕੇ ਮਹਾਰਾਜ ਨੇ ਖਡੂਰ ਸਾਹਿਬ ਵੱਲ ਨੂੰ ਨਮਸਕਾਰ ਕੀਤੀ। ਸ੍ਰੀ ਗੁਰਦੇਵ ਕਿਰਪਾ ਗੁਣ ਧਾਮ। ਸ਼੍ਰੀ ਗੁਰਦੇਵ ਕਿਰਪਾ ਗੁਣਾਂ ਦੇ ਧਾਮ ਨੇ। ਕਰ ਮੁਖ ਦਿਸ਼ ਗੋਇੰਦਵਾਲ। ਫਿਰ ਗੋਇੰਦਵਾਲ ਸਾਹਿਬ ਵੱਲ ਮੁਖ ਕਰਕੇ ਪੰਥ ਨਿਰਭੈ ਤਿਸ ਕਾਲ। ਤਾਂ ਨਿਰਭੈ ਹੋ ਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੁਰ ਪਏ। ਉਸ ਸਮੇਂ ਸ੍ਰੀ ਗੁਰੂ ਕਰ ਕੀ ਕਰ ਧਾਰੀ। ਜਿਹੜੀ ਗੁਰੂ ਅੰਗਦ ਦੇਵ ਸਾਹਿਬ ਦੇ ਹੱਥ ਦੀ ਸੋਟੀ ਸੀ, ਜਿਹੜੀ ਮਹਾਰਾਜ ਨੂੰ ਦਿੱਤੀ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ, ਖੁਸ਼ ਹੋ ਕੇ ਉਹ ਹੱਥ ਵਿੱਚ ਫੜੀ ਹੈ ਉੱਚੇ ਕਰੀ ਉਠਾਰੀ। ਤੇ ਉਹ ਸਤਿਕਾਰ ਦੇ ਨਾਲ ਉੱਚੀ ਚੁੱਕੀ ਆ ਵੀ ਇਹ ਮੇਰੇ ਗੁਰੂ ਦੀ ਹੈ। ਇਹ ਨਹੀਂ ਵੀ ਥੱਲੇ ਮਾਰਦੇ ਆਉਂਦੇ ਲਾਉਂਦੇ ਆਉਂਦੇ ਹਨ, ਇਦਾਂ ਨਹੀਂ। ਸਤਿਕਾਰ ਦੇ ਨਾਲ ਉੱਚੀ ਚੁੱਕੀ ਹੈ ਕਿ ਇਹਨੂੰ ਗੁਰੂ ਸਾਹਿਬ ਹੱਥ 'ਚ ਰੱਖਦੇ ਸਨ, ਗੁਰੂ ਦੀ ਵਸਤੂ ਦਾ ਸਤਿਕਾਰ ਕਰਦੇ ਹਨ। ਆਪਣੋ ਹੱਥ ਅਗਾਰੀ। ਸਾਧ ਸੰਗਤ ਜੀ, ਐਸ ਨਗਰ ਦਾ ਮਹਾਂਪੁਰਖਾਂ ਦੇ ਨਾਲ ਕਿੰਨਾ ਸੰਬੰਧ ਤੇ ਪ੍ਰੇਮ ਹੈ। ਸੰਤਾਂ ਦਾ ਇੱਕ ਭਜਨ ਚੇਤੇ ਆਇਆ। ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ, ਉਹਨਾਂ ਦੇ ਇੱਕ ਵਾਰੀ ਸਾਧ ਸੰਗਤ ਜੀ ਗੋਡਿਆਂ ਨੂੰ ਚੌਰ ਲੱਗ ਗਿਆ ਸੀ ਮਹਾਰਾਜ ਦਾ। ਕਿਉਂ ਕਈ ਵਾਰੀ ਉਹ ਲੰਮਾ ਹੁੰਦਾ ਚੌਰ ਮਹਾਰਾਜ ਦਾ, ਤੇ ਕਈ ਵਾਰੀ ਚੌਰ ਕਰਨ ਵਾਲੇ ਵਾਰੀ ਵੇਂਦੇ, ਉਹ ਕਹਿੰਦੇ ਵੀ ਮੇਰੀ ਫੋਟੋ ਚੰਗੀ ਤਰ੍ਹਾਂ ਆ ਜੇ ਕੈਮਰੇ 'ਚ, ਤੇ ਉਹ ਮੂੰਹ ਤੇ ਹੀ ਮਾਰੀ ਜਾਂਦੇ ਜਿਹੜਾ ਵਿਚਾਰਾ ਬੈਠਾ ਹੁੰਦਾ ਉੱਥੇ ਕਥਾ ਕਰਦਾ ਹੁੰਦਾ। ਤਾਂ ਉਹ ਜਦੋਂ ਮਹਾਂਪੁਰਖਾਂ ਦੇ ਲੱਗ ਗਿਆ ਤੇ ਸੰਤ ਕਹਿੰਦੇ ਵੀ ਇਹਨੂੰ ਦੁਬਾਰਾ ਹੁਣ ਮਹਾਰਾਜ ਤੇ ਨਹੀਂ ਚਲਾਉਣਾ, ਜਾ ਇਹਦਾ ਸੰਸਕਾਰ ਕਰਕੇ ਆ, ਇਹਦਾ ਸੰਸਕਾਰ ਕਰੋ। ਤੇ ਨਵਾਂ ਚੌਰ ਮਹਾਰਾਜ ਤੇ ਧੋ ਕੇ ਬਣਾ ਕੇ ਉਹਨੂੰ ਚਲਾਉਣਾ ਹੈ ਮਹਾਰਾਜ ਤੇ। ਇੰਨਾ ਮਾਣ ਕਰਦੇ ਸੀ, ਰੁਮਾਲਾਂ ਨਾਲ ਪੈਰ ਨੂੰ ਲੱਗਣ ਦੇਣਾ। ਜਦੋਂ ਸੁਖਾਸਣ ਕਰਨਾ ਉਦੋਂ ਸਾਧ ਸੰਗਤ ਜੀ ਆਪਣਾ ਗਲ ਦਾ ਹਜੂਰੀਆ ਗੋਡਿਆਂ ਤੇ ਵਿਛਾ ਲੈਣਾ ਵੀ ਮਹਾਰਾਜ ਦਾ ਰੁਮਾਲਾ ਵੀ ਨਾ ਥੱਲੇ ਲੱਗੇ। ਇੱਦਾਂ ਭੈ ਕਰਦੇ ਸੀ, ਅਦਬ ਕਰਦੇ ਸੀ ਸੱਚੇ ਪਾਤਸ਼ਾਹ ਜੀ ਦਾ। ਸਾਧ ਸੰਗਤ ਜੀ, ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਲਛਮਣ ਸਿੰਘ ਜੀ ਟਿੱਬਾ ਸਾਹਿਬ ਵਾਲੇ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਰਧ ਹੋ ਜਾਂਦਾ ਸੀ, ਉਹ ਕਹਿੰਦੇ ਸੀ, ਆ ਬਾਬਾ ਜੀ ਸੁਣਾਉਂਦੇ ਸੀ, ਉਹ ਕਹਿੰਦੇ ਸੀ ਵੀ ਇਹਨੂੰ ਹੁਣ ਸੁਖਾਸਣ ਵਾਲੀ ਜਗ੍ਹਾ ਤੇ ਰੱਖ ਕੇ ਇਹਦੀ 2-4 ਸਾਲ ਇੱਦਾਂ ਹੀ ਸੇਵਾ ਕਰੋ। ਇਹ ਥੋੜੀ ਵੀ ਹੁਣ ਇਹ ਬਿਰਧ ਹੋ ਗਿਆ, ਪੁਰਾਣਾ ਹੋ ਗਿਆ, ਤੇ ਇਹਨੂੰ ਜਾ ਕੇ ਉੱਥੇ ਗੋਇੰਦਵਾਲ ਸਾਹਿਬ ਸੰਸਕਾਰ ਕਰ ਦਿਓ ਤੇ ਨਵਾਂ ਚੁੱਕ ਲਿਆਓ, ਜਿੱਦਾਂ ਕੋਈ ਚੀਜ਼ ਵਰਤ ਲਈਦੀ ਤੇ ਸੁੱਟ ਲਈਦੀ। ਇੱਦਾਂ ਉਹ ਸੰਤਾਂ ਦੇ ਮਨ 'ਚ ਵੈਸੇ ਹੀ ਮਹਾਰਾਜ ਦਾ ਭੈ ਹੁੰਦਾ ਹੈ, ਅਦਬ ਹੁੰਦਾ, ਸਤਿਕਾਰ ਹੁੰਦਾ ਹੈ। ਤੇ ਗੁਰਬਾਣੀ ਤੇ ਕਹਿੰਦੀ ਆ ਵੀ ਜਿੰਨਾ ਚਿਰ ਰੱਬ ਦਾ ਭੈ ਨਹੀਂ ਨਾ, ਉਹਨਾਂ ਚਿਰ ਗੁਰਦੁਆਰੇ ਆਉਣ ਦਾ ਕੋਈ ਫਾਇਦਾ ਨਹੀਂ। ਭੈ ਰੱਖੋ ਮਹਾਰਾਜ ਦਾ, ਕਿਉਂ ਭੈ ਤੋਂ ਹੀ ਪ੍ਰੇਮ ਪੈਦਾ ਹੁੰਦਾ ਹੈ। ਹੁਣ ਜੇ ਆਪਾਂ ਨੂੰ ਭੈ ਹੋਵੇ ਤੇ ਆਪਾਂ ਬਾਣੀ ਨਾ ਪੜ੍ਹੀਏ, ਮੈਨੂੰ ਦੱਸੋ। ਜਿਹਦਾ ਡਰ ਹੋਵੇ, ਚਲੋ ਪਿਓ ਦਾ ਹੀ ਡੰਡਾ ਕਾਇਮ ਹੋਵੇ ਤੇ ਮੁੰਡਾ ਪਾਊਗਾ ਨਾਗਾ ਸਕੂਲ ਤੋਂ, ਉਹਨੂੰ ਪਤਾ ਵੀ ਉਹਦਾ ਕੀ ਪਤਾ ਵੀ ਪਿੱਛੇ ਹੀ ਨਾ ਆ ਜੇ ਚੈੱਕ ਕਰਨ। ਇਸੇ ਤਰ੍ਹਾਂ ਜਿਹਦਾ ਡੰਡਾ ਕਾਇਮ ਹੋਵੇ, ਤਾਂ ਜੇ ਭੈ ਰੱਖਾਂਗੇ ਮਹਾਰਾਜ ਦਾ ਤੇ ਫਿਰ ਬਾਣੀ ਕਿਉਂ ਨਾ ਪੜਾਂਗੇ, ਕਿਉਂ ਗਲਤੀ ਕਰਾਂਗੇ। ਪਰ ਵੇਖ ਲਓ ਸਾਧ ਸੰਗਤ ਜੀ, ਤਾਂ ਗੁਰੂ ਘਰ ਵੀ ਆਉਣਾ, ਮੱਥਾ ਵੀ ਟੇਕਣਾ, ਪਰ ਭੈ ਨਹੀਂ ਮਹਾਰਾਜ ਦਾ ਰੱਖਣਾ ਹੈ।
ਤਾਂ ਜਿਨ੍ਹਾਂ ਨੇ ਭੈ ਰੱਖਿਆ ਵੱਧ ਤੋਂ ਵੱਧ ਉਹ ਸਾਰਾ ਕੁਝ ਹੀ ਪ੍ਰਾਪਤ ਕਰ ਜਾਂਦੇ ਹਨ। ਆਪਣੋ ਹੱਥ ਅਗਾਰੀ ਤਾਂ ਸਤਿਗੁਰੂ ਜੀ ਆਪਣੇ ਹੱਥ ਵਿੱਚ ਅੱਗੇ ਕਰਕੇ ਉਹ ਲਈ ਜਾਂਦੇ ਹਨ। ਪ੍ਰੇਤ ਕੋ ਜਾਏ ਦਿਖਾਰੀ ਭੂਤ ਪ੍ਰੇਤਾਂ ਨੂੰ ਜਾ ਕੇ ਦਿਖਾਈ ਹੈ। ਤਪਤ ਦੀਰਘ ਤਿਨ ਮਾਹੀ ਤਾਂ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਉਹਨਾਂ ਨੂੰ ਅੱਗ ਲੱਗ ਉੱਠੀ ਹੈ, ਸੜਨ ਲੱਗ ਪਏ ਹਨ। ਸਿਨ ਪਰ ਧਰਿਓ ਜਾਏ ਤਹ ਨਾਹੀ ਇੱਕ ਸਕਿੰਟ ਨਹੀਂ ਕੋਈ ਖੜ ਸਕਿਆ ਮਹਾਰਾਜ ਜੈ ਅੱਗੇ। ਜਾਤ ਤਿਨ ਕੇਰ ਸਰੀਰਾ ਜਿਹੜੇ ਉਹਨਾਂ ਦੇ ਸੂਖਮ ਸਰੀਰ ਸੀ ਉਹ ਸੜਦੇ ਜਾ ਰਹੇ ਨੇ ਮਹਾਰਾਜ ਦੇ ਤੇਜ ਪ੍ਰਤਾਪ ਕਰਕੇ। ਭਏ ਧੀਰ ਸੰਭਾਰ ਨਾ ਚੀਰਾ ਐਸੇ ਅਧੀਰਜ ਹੋ ਗਏ ਨੇ ਕਿ ਕੱਪੜਿਆਂ ਦੀ ਸੰਭਾਲ ਨਾ ਰਹੀ। ਪਿਤਾ ਪੁੱਤਰ ਕੇ ਨਾਹਨ ਸੰਭਾਰੈ ਜਿਹੜਾ ਪਿਤਾ ਪ੍ਰੇਤ ਸੀ ਉਹ ਪੁੱਤਰ ਪ੍ਰੇਤ ਨੂੰ ਨਹੀਂ ਸਾਂਭਦਾ। ਭਰਾਤ ਭਰਾਤ ਕੋ ਸ਼ੋਰ ਪਧਾਰੈ ਜਿਹੜੇ ਭਰਾ ਪ੍ਰੇਤ ਸਨ ਇੱਕ ਦੂਜੇ ਨੂੰ ਛੱਡ ਕੇ ਭੱਜ ਗਏ ਹਨ। ਇਸਤਰੀ ਤਿਆਗ ਚਲੇ ਪਤ ਪ੍ਰੇਤਾ ਇਸਤਰੀ ਜਿਹੜੀ ਤਿਆਗ ਕੇ ਚੱਲੀ ਹੈ ਪਤੀ ਪ੍ਰੇਤ ਨੂੰ। ਜਿੱਦਾਂ ਇੱਥੇ ਹੁੰਦੇ ਨਾ ਪਰਿਵਾਰ ਇਦਾਂ ਹੀ ਉੱਤੇ ਬਣਦੇ ਹਨ। ਕਿਤੇ ਪਰੇ ਤਰ ਹੋਏ ਅਚੇਤ ਕਿਤੇ ਬੇਹੋਸ਼ ਹੋ ਕੇ ਸੜਦੇ ਪਏ ਹਨ। ਹਲਾ ਚਲੀ ਐਸੇ ਤਿਨ ਪਰੀ ਇਸ ਤਰ੍ਹਾਂ ਦੀ ਉੱਥੇ ਹਾਹਾਕਾਰ ਮੱਚੀ ਹੈ। ਧਾਨ ਤਜ ਥਿਰੇ ਨਾ ਧਰੀ ਛੱਡ ਕੇ ਚਲੇ ਗਏ ਨੇ ਥਾਂ ਘੜੀ ਨਾ ਟਿਕੇ। ਹਾਹਾਕਾਰ ਕਰਤ ਭਜ ਚਲੇ ਹਾਹਾਕਾਰ ਕਰਦੇ ਭੱਜ ਚੱਲੇ ਹਨ। ਸਗਲ ਦਿਸ਼ਨ ਹੋਏ ਸਕਹਿ ਨਾ ਖਲੇ ਕਿਸੇ ਪਾਸੇ ਕਿਸੇ ਦਿਸ਼ਾ ਵਿੱਚ ਵੀ ਨਹੀਂ ਖੜ ਸਕੇ। ਜਿਉ ਜਿਉ ਸ਼ਰੀ ਹਿਲਾਵਨ ਕਰਹੀ ਜਿਵੇਂ ਜਿਵੇਂ ਮਹਾਰਾਜ ਛੜੀ ਹਿਲਾਉਂਦੇ ਨੇ ਆਪਣੇ ਹੱਥ ਦੀ ਤਿਉ ਤਿਉ ਤਪਤ ਤਿਨੋ ਪਰ ਪਰਹੀ ਉਵੇਂ ਉਵੇਂ ਉਹਨਾਂ ਨੂੰ ਸਾੜ ਪੈਂਦਾ, ਤਪਸ਼ ਪੈਂਦੀ ਹੈ। ਹਾਥ ਜੋਰ ਕਹਿ ਬਿਨੈ ਕਈ ਤੇ ਹੱਥ ਜੋੜ ਕੇ ਬੇਨਤੀਆਂ ਕਰਦੇ ਹਨ ਤਬੋ ਹਮੈ ਨਹ ਨਾਹਕ ਹਨੈ ਕਿ ਹੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਸਾਨੂੰ ਛੱਡ ਦਿਓ, ਨਾਹਕ ਨਾ ਮਾਰੋ। ਸਾਧ ਸੰਗਤ ਜੀ, ਇੱਕ ਆਪਣੇ ਨਾਮ ਰਸੀਏ ਜਿਹੜੇ ਮਹਾਂਪੁਰਖ ਭਾਈ ਰਣਧੀਰ ਸਿੰਘ ਜੀ ਹੋਏ ਨੇ ਅਖੰਡ ਕੀਰਤਨੀ ਜਥੇ ਵਾਲੇ, ਉਹਨਾਂ ਨੇ ਇੱਕ ਆਪਣੀ ਉਹ ਪੁਸਤਕ ਲਿਖੀ ਆ ਨਾ ਖਣੀ ਅਣਡਿੱਠ ਦੁਨੀਆ ਕਿ ਇਦਾਂ ਉਹਦਾ ਨਾਂ ਹੈ। ਤਾਂ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਅਸੀਂ ਕਿਸੇ ਜਗ੍ਹਾ ਤੇ ਗਏ ਸੀ ਤਾਂ ਉੱਥੇ ਸਾਨੂੰ ਇਦਾਂ ਦੀ ਕੋਈ ਚੀਜ਼ ਮਿਲੀ ਸੀ। ਉਹਨੇ ਆਖਿਆ ਵੀ ਤੁਸੀਂ ਵੱਡੇ ਭਾਗਾਂ ਕਰਕੇ ਅੱਜ ਮਿਲ ਗਏ ਆ, ਤੁਸੀਂ ਚੰਗੇ ਸਿੰਘ ਆ ਸਾਰੇ, ਤੇ ਮੇਰਾ ਪਾਠ ਕਰੋ, ਮੇਰਾ ਭਲਾ ਹੋ ਜੇ, ਭਲਾ ਹੋ ਜੇ, ਮੈਨੇ ਗਾਂ ਕਿਤੇ ਜੰਮ ਪਵਾਂ, ਮੈਨੂੰ ਥਾਂ ਮਿਲ ਜੇ। ਤਾਂ ਚਲੋ ਭਾਈ ਸਾਹਿਬ ਹੋਣਾ ਨੂੰ ਵੀ ਤਰਸ ਆਇਆ, ਉਹਨਾਂ ਚੰਗੇ ਸਿੰਘ ਲਾ ਕੇ ਜਾਪ ਕੀਤਾ ਤਾਂ ਉਹ ਪਰ ਗੱਲ ਬਣੀ ਨਾ। ਤੇ ਜਦੋਂ ਪੁੱਛਿਆ ਵੀ ਕੀ ਗੱਲ ਹੋ ਗਈ ਤਾਂ ਕਹਿੰਦੇ ਵੀ ਤੁਸੀਂ ਆਪਣੇ ਸਿੰਘਾਂ ਨੂੰ ਪੁੱਛੋ ਕਿਸੇ ਨੇ ਕੋਈ ਗਲਤੀ ਕੀਤੀ ਹੈ। ਤਾਂ ਉਹ ਇੱਕ ਜਦੋਂ ਸਾਰਿਆਂ ਨੂੰ ਆਖਿਆ ਵੀ ਇਦਾਂ ਨਾ ਕਰੋ, ਤੁਸੀਂ ਕਿਸੇ ਦੇ ਭਲੇ ਦੀ ਗੱਲ ਹੈ। ਤਾਂ ਜਦੋਂ ਪੁੱਛਿਆ ਸਾਧ ਸੰਗਤ ਜੀ, ਇੱਕ ਨੇ ਦੱਸਿਆ ਵੀ ਹਾਂਜੀ ਮੇਰੇ ਤੋਂ ਗਲਤੀ ਹੋਈ ਹੈ। ਤੇ ਬਾਅਦ 'ਚ ਉਹਨੇ ਇਸ਼ਨਾਨ ਨਾ ਕੀਤਾ, ਸਰੀਰ ਸੁੱਧ ਨਾ ਕੀਤਾ, ਇਸ਼ਨਾਨ ਦੀ ਮਰਿਆਦਾ, ਕੱਪੜੇ ਸਾਫ਼ ਨਾ ਪਾਏ। ਤਾਂ ਫਿਰ ਭਾਈ ਸਾਹਿਬ ਹੁਣਾਂ ਦੂਸਰਾ ਪਾਠ ਕਰਾਇਆ ਸੀ ਤੇ ਫਿਰ ਉਹਦਾ ਸਾਧ ਸੰਗਤ ਜੀ ਭਲਾ ਹੋਇਆ ਸੀ। ਇਸ ਕਰਕੇ ਐਵੇਂ ਹੁਣ ਉਧਰੋਂ ਪੱਠੇ ਵੱਢ ਕੇ ਆਣ ਕੇ ਮਹਾਰਾਜ ਦੀ ਤਾਬਿਆਂ ਨਾ ਬਹਿ ਜਾ ਕਰੋ, ਮਹਾਰਾਜ ਦਾ ਕੋਈ ਸਤਿਕਾਰ ਰੱਖਿਆ ਕਰੋ, ਭੈ ਅਦਬ ਰੱਖਿਆ ਕਰੋ। ਇਸ਼ਨਾਨ ਕਰਕੇ ਸਾਫ਼ ਬਸਤਰ, ਧੋਤੇ ਬਸਤਰ ਪਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆਉਣਾ ਚਾਹੀਦਾ ਹੈ। ਇੱਦਾਂ ਉਹਨਾਂ ਦੇ ਜੀਵਨ ਦੇ ਵਿੱਚ ਲਿਖਿਆ। ਤੇ ਜੇ ਉਹਨਾਂ ਨੂੰ ਮਿਲ ਸਕਦੇ ਆ ਤੇ ਗੁਰੂ ਸਾਹਿਬ ਨੂੰ ਨਹੀਂ ਮਿਲ ਸਕਦੇ, ਗੁਰੂ ਅਮਰਦਾਸ ਸਾਹਿਬ ਨੂੰ ਨਹੀਂ ਮਿਲ ਸਕਦੇ। ਤਾਂ ਇਸ ਕਰਕੇ ਕਹਿੰਦੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਨੂੰ ਨਾਹਕ ਨਾ ਮਾਰੋ। ਕਾਲ ਕੋ ਉਤਰਿਓ ਡੇਰਾ ਕੁਝ ਚਿਰ ਦਾ ਅਸੀਂ ਇੱਥੇ ਡੇਰਾ ਕੀਤਾ ਹੈ ਸੰਭਾਰਨ ਦੇਹੋ ਇਸ ਬੇਰਾ ਤੇ ਸਾਨੂੰ ਆਪਣੇ ਆਪ ਨੂੰ ਸਾਂਭਣ ਦਿਓ ਇਸ ਵੇਲੇ। ਨਾ ਚੰਚਲ ਕਰੋ ਅਗਾਰੀ ਜਦੋਂ ਤੁਸੀਂ ਹੱਥ ਹਿਲਾਉਨੇ ਆ ਸਾਨੂੰ ਅੱਗ ਲੱਗਦੀ ਹੈ, ਚਾਹੇ ਹਮ ਤੂਰਨ ਧਾਰੀ ਅਸੀਂ ਛੇਤੀ ਚਲੇ ਜਾਵਾਂਗੇ। ਪ੍ਰਕਾਰ ਮਾਚਿਓ ਜਬ ਰੋਰਾ ਇਸ ਤਰ੍ਹਾਂ ਸਾਧ ਸੰਗਤ ਜੀ ਉੱਥੇ ਰੌਲਾ ਪਿਆ ਸੀ। ਪ੍ਰੇਤ ਵੈਸੇ ਅਰਥ ਹੁੰਦਾ ਜਿਹੜਾ ਚਲੇ ਗਿਆ ਹੋਵੇ, ਪ੍ਰੇਤ ਪਰੇ ਚਲੇ ਗਿਆ, ਸਾਨੂੰ ਛੱਡ ਕੇ ਚਲੇ ਗਿਆ, ਸਰੀਰ ਛੱਡ ਕੇ ਚਲੇ ਗਿਆ ਹੈ। ਮੈਨੇ ਸਰੀਰ ਤਿਆਗ ਚੁੱਕੀਆਂ ਰੂਹਾਂ। ਤਾਂ ਉਹ ਜਿਹੜੀਆਂ ਜਾਂ ਫਿਰ ਪ੍ਰੇਤ ਭੂਤ ਉਹਨਾਂ ਨੂੰ ਕਹਿੰਦੇ ਜਿਹੜੇ ਕਰਮਾਂ ਤੇ ਵਾਸ਼ਨਾ ਕਰਕੇ ਬਹੁਤੇ ਹੀ ਮਲੀਨ ਹੁੰਦੇ, ਗੰਦੇ ਹਿਰਦੇ ਹੁੰਦੇ, ਜਿਹੜੇ ਜਿਨ੍ਹਾਂ ਦੇ ਕਰਮ ਤੇ ਵਾਸ਼ਨਾ ਬਹੁਤ ਹੀ ਮਲੀਨ ਤੇ ਭੈੜੇ ਪ੍ਰਭਾਵ ਵਾਲੀ ਹੈ, ਜਿਨ੍ਹਾਂ ਦੇ ਜੀਵਨ ਪਾਪ ਨਰਥ ਤੇ ਜ਼ੁਲਮਾਂ ਵਿੱਚ ਭਰੇ ਹਨ। ਉਹ ਪਾਪਾਂ ਦੇ ਬੋਝ ਕਰਕੇ ਸਾਧ ਸੰਗਤ ਜੀ ਧਰਤੀ ਦੇ ਉੱਪਰ ਭੜਕਦੇ ਰਹਿੰਦੇ ਹਨ
ਤੇ ਆਪਣੇ ਦ੍ਰਿੜ ਭਰਮ ਵਿੱਚ ਮਨੁੱਖਾਂ ਵਾਂਗੂ ਜੀਵਨ ਸਮਝ ਕੇ ਸਾਰੇ ਕਾਰੇ ਕਰਦੇ ਹਨ। ਕਿਉਂ? ਭਰਮ ਉਹਨਾਂ ਦਾ ਪੱਕਾ ਹੈ ਨਾ, ਤੇ ਇਸ ਕਰਕੇ ਭਰਮ ਨੂੰ ਪੱਕਾ ਹੋਣ ਕਰਕੇ ਉਹ ਆਪਣੇ ਆਪ ਨੂੰ ਮਨੁੱਖ ਹੀ ਸਮਝਦੇ ਆ ਵੀ ਅਸੀਂ ਅਜੇ ਵੀ ਕਰ ਸਕਦੇ ਹਾਂ ਸਾਰਾ ਕੁਝ। ਤਾਂ ਇਸ ਤਰ੍ਹਾਂ ਉਹ ਦ੍ਰਿੜ ਭਰਮ ਕਰਕੇ ਜਾਂ ਪਛਤਾਵੇ ਆਦਿ ਦੇ ਦੁੱਖ ਵੀ ਝੱਲਦੇ ਹਨ। ਗੁਰਬਾਣੀ ਵਿੱਚ ਵੀ ਆਪ ਜੀ ਨੇ ਸੁਣਿਆ, ਇਹਨਾਂ ਦਾ ਜ਼ਿਕਰ ਆਇਆ ਹੈ। ਤਾਂ ਇਹਨਾਂ ਨੂੰ ਆਪਣੇ ਸੂਖਮ ਸਰੀਰ ਆਪਣੇ ਵਰਗੇ ਭਾਸਦੇ, ਖਾਣਾ ਪੀਣਾ ਪਹਿਨਣਾ ਉਵੇਂ ਹੀ ਭਾਸਦਾ ਹੈ। ਇਹ ਕਰਕੇ ਮੰਗ ਵੀ ਲੈਂਦੇ ਆ ਕਿਸੇ ਤੋਂ ਕੱਪੜਾ ਵੀ ਇਹ। ਤੇ ਜਿਹੜੇ ਪਰਮੇਸ਼ਰ ਦੇ ਨਾਮ ਵਾਲੇ, ਭਗਤੀ ਵਾਲੇ ਆ, ਤਾਂ ਉਹਨਾਂ ਤੋਂ ਇਹਨਾਂ ਨੂੰ ਫਿਰ ਸੇਕ ਆਉਂਦਾ, ਡਰ ਖਾਂਦੇ ਦੂਰ ਭੱਜਦੇ ਹਨ। ਇਸ ਕਰਕੇ ਸਾਧ ਸੰਗਤ ਜੀ, ਕੁਰਾਨ, ਅੰਜੀਲ, ਪੁਰਾਨ, ਇਹਨਾਂ ਸਾਰੇ ਗ੍ਰੰਥਾਂ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਪਰ ਆਮ ਲੋਕ ਇਹ ਸਾਧ ਸੰਗਤ ਜੀ ਦੂਸਰੇ ਭੋਲੇ ਭਾਲੇ ਲੋਕਾਂ ਨੂੰ ਡਰਾਉਣ ਵਾਸਤੇ ਪਖੰਡ ਵੀ ਕਰਦੇ ਹਨ। ਇਹੋ ਜਿਹੀ ਘਟਨਾ ਕੋਈ ਇੱਕ ਆਧੀ ਸੱਚੀ ਹੁੰਦੀ ਆ, ਬਾਕੀ ਤੇ ਸਭ ਕਈ ਵਾਰੀ ਫਿਰ ਘਰ ਵਾਲਿਆਂ ਨੂੰ ਵੀ ਡਰਾਉਣਾ ਪੈਂਦਾ ਵਾ, ਉੱਦਾਂ ਫਿਰ ਬੰਦਾ ਨਹੀਂ ਨਾ ਸਮਝਦੇ। ਤੇ ਇਸ ਕਰਕੇ ਕਈ ਬੀਬੀਆਂ ਵੀ ਉਹੋ ਜਿਹਾ ਪਖੰਡ ਕਰ ਲੈਂਦੀਆਂ, ਫਿਰ ਉੱਦਾਂ ਦੇ ਸੱਸ ਪੁੱਛਦੀ ਨਹੀਂ ਤੇ ਫਿਰ ਬੜੀ ਅੱਗੇ ਪਿੱਛੇ ਤੁਰੀ ਫਿਰੂਗੀ ਵੀ ਬਾਬਾ ਜੀ ਆਏ ਇਹਦੇ 'ਚ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤੇ ਲੋਕ ਤਾਂ ਪਖੰਡ ਹੀ ਕਰਦੇ ਹਨ। ਪਖੰਡ ਬਹੁਤ ਲੋਕਾਂ ਨੇ ਚਲਾਇਆ ਹੋਇਆ, ਕੋਈ ਇੱਕ ਆਧ ਅਸਲੀ ਘਟਨਾ ਹੁੰਦੀ ਹੈ। ਇਸ ਕਰਕੇ ਬਾਕੀ ਲੋਕ ਤੇ ਸਭ ਪਖੰਡ ਦੇ ਵਿੱਚ ਹੀ ਤੁਰੇ ਫਿਰਦੇ ਹਨ। ਤਾਂ ਇਸ ਤਰ੍ਹਾਂ ਇਸ ਪ੍ਰਕਾਰ ਮਾਚਿਓ ਜਬ ਰੌਰਾ, ਸਗਰੇ ਗਏ ਸ਼ੋਰ ਤਬ ਠੌਰਾ। ਤਾਂ ਸਾਰੇ ਉਹ ਥਾਂ ਜਿਹੜਾ ਸੀ ਉਹ ਛੱਡ ਕੇ ਚਲੇ ਗਏ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਪਾਵਨ ਪਵਿੱਤਰ ਨਗਰ ਫਿਰ ਇੱਥੇ ਗੋਇੰਦਵਾਲ ਸਾਹਿਬ ਵਸਾਇਆ ਸੀ, ਜਿਹਦੀ ਉਸਤਤ ਬਾਣੀ ਵਿੱਚ ਵੀ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਏ। ਤਾਂ ਭੱਟ ਜੱਲਣ ਜੀ, ਸ਼੍ਰੀਮਾਨ ਬਾਬਾ ਜੱਲਣ ਜੀ, ਉਹ ਪ੍ਰੇਮ ਦੇ ਨਾਲ ਕਹਿੰਦੇ ਹਨ, ਗੁਰੂ ਕੀ ਬਾਣੀ ਕਹਿੰਦੀ ਹੈ ਕਿ ਜਿਹੜਾ ਗੋਇੰਦਵਾਲ ਸਾਹਿਬ ਆ ਉਹਦੇ ਗੋਬਿੰਦ ਦੀ ਪੁਰੀ ਵਰਗਾ ਹੈ, ਉਹਦੇ ਰੱਬ ਦੇ ਨਗਰ ਵਰਗਾ ਹੈ, ਜਿਹੜਾ ਬਿਆਸ ਦਰਿਆ ਤੇ ਕੰਢੇ ਤੇ ਵਸਿਆ ਹੋਇਆ ਹੈ। ਤਾਂ ਉਹਦਾ ਜ਼ਿਕਰ ਬਾਣੀ ਦੇ ਵਿੱਚ ਵੀ ਸਾਧ ਸੰਗਤ ਜੀ ਮਹਾਰਾਜ ਜੀ ਨੇ ਕੀਤਾ ਹੈ। ਹੁਣ ਇਹਨਾਂ ਦਾ ਜ਼ਿਕਰ 10ਵੇਂ ਪਾਤਸ਼ਾਹ ਵੇਲੇ ਵੀ ਆਉਂਦਾ ਹੈ। ਤਾਂ ਹੁਤੀ ਦੇਵਣੀ ਇੱਕ ਤਿੰਨ ਮਾਹੀ ਕੇਤਕ ਕਾਲ ਗਰਭ ਧਰਤਾ ਹੀ ਹੁਤੋ ਸਮੀਪ ਪ੍ਰਸੂਤ ਸਮੇਂ ਤੇ ਪਰਿਓ ਸ਼ੋਰ ਔਚਕ ਹੀ ਦ੍ਰਿਗ ਲੈ ਭਏ ਤਰਾਸੁਰ ਭਾਜ ਪਦਾਰੀ ਨਹਿ ਟਿਕ ਦੇਖਿਓ ਪਤ ਰਖਵਾਰੀ ਬਿਹਬਲ ਦੌਰ ਤਰਾਸ ਹੋਈ ਗਿਰਿਓ ਗਰਭ ਤਬ ਸਿਸ ਭੇਦ ਹੋਈ। ਤਾਂ ਇੱਕ ਪ੍ਰੇਤਣੀ ਸੀ ਜਿਹਦੇ ਦੇ 2 ਬੱਚੇ ਹੋਏ ਪ੍ਰੇਤ। ਇੱਕ ਦੀ ਅੱਖ ਦੇ ਵਿੱਚ ਸਾਧ ਸੰਗਤ ਜੀ ਖੇਤ ਟਾਂਡੇ ਦਾ ਮੁੱਢ ਵੱਜਾ, ਉਹ ਕਾਣਾ ਦੇ ਬਣਿਆ। ਤੇ ਦੂਸਰਾ ਤੇ ਹੁਤੋ ਜਵਾਰ ਕੋ ਤਹਾਂ ਕਦਾਰਾ ਉੱਪਰ ਕਟੀ ਹੋਈ ਤਿਸ ਬਾਰਾ ਇੱਕ ਕੇ ਦ੍ਰਿਗ ਸੋ ਲੱਗਿਓ ਫਰੰਡਾ ਚੁਭਿਓ ਬੀਜ ਸੋ ਕੀਨਸ ਖੰਡਾ। ਕਾਣਾ ਦੇਵ ਬਿਦਤ ਜਗ ਹੈ, ਉਹਨੂੰ ਕਾਣਾ ਦੇਵ ਕਹਿੰਦੇ, ਬੜਾ ਮਸ਼ਹੂਰ ਹੋਇਆ ਹੈ। ਤੇ ਉਹ ਕਿੱਥੇ ਰਿਹਾ ਵਾ? ਬਠਿੰਡੇ ਦੇ ਕਿਲ੍ਹੇ ਵਿੱਚ ਰਿਹਾ ਹੈ। ਦੁਰਗ ਬਠਿੰਡੇ ਵਿੱਚ ਜੋ ਰਹੇ ਸ੍ਰੀ ਕਲ